ਇਹ ਦੱਸੋ ਜੇ ਲੋਕਾਂ ਨੂੰ ਪਹਿਲੇ ਆਸਾਨ ਭਾਸ਼ਾ ਦੇ ਵਿੱਚ ਸਮਝਾਉਣਾ ਹੋਵੇ ਇਹ ਨੈਨੀ ਦਾ ਕੋਰਸ ਹੁੰਦਾ ਕੀ ਹੈ ਤਾਂ ਕਿ ਉਹਨਾਂ ਦੇ ਖਾਨਿਆਂ ਤੱਕ ਗੱਲ ਪਹੁੰਚ ਜਾਵੇ। ਅੱਗੇ ਜੀ ਬਹੁਤ ਵੱਡਾ ਮੁੱਦਾ ਤੁਸੀਂ ਚੁੱਕਿਆ ਅੱਜ ਦੀ ਤਰੀਕ ਦੇ ਵਿੱਚ ਔਰ ਇਹ ਇੰਪੋਰਟੈਂਟ ਇਸ ਲਈ ਹੈ ਕਿ ਕੈਨੇਡਾ ਗਵਰਨਮੈਂਟ ਨੇ ਪਿਛਲੇ ਸਾਲ ਬਹੁਤ ਵੱਡੀ ਇੱਕ ਨਵੀਂ ਸਕੀਮ ਕੱਢੀ ਹੈ ਚਾਈਲਡ ਕੇਅਰ ਗਿਵਰਸ ਦੇ ਨਾਮ ਤੋਂ, ਜਿਹਨੂੰ ਕਿ ਆਪਣੇ ਲੋਕਲ ਲੈਂਗੁਏਜ ਆਪਾਂ ਨੈਨੀ ਦੇ ਨਾਮ ਤੋਂ ਪ੍ਰੋਪਰਲੀ ਜਾਣਦੇ ਹਾਂ। ਸੋ ਜਿਹੜੀ ਇਹ ਸਕੀਮ ਆਈ ਹੈ ਜੀ 5 ਸਾਲ ਲਈ ਗਵਰਨਮੈਂਟ ਨੇ ਕੱਢੀ ਹੈ। ਸੋ ਬਹੁਤ ਸਾਰੇ ਬੱਚੇ ਅਸੀਂ ਦੇਖ ਰਹੇ ਹਾਂ ਕਿ ਅੱਜ ਵੀ ਉਸ ਪੁਰਾਣੀ ਸਕੀਮ ਦੇ ਬੇਸ ਤੇ ਹੈ, ਉਹਨਾਂ ਨੂੰ ਨਵੀਂ ਸਕੀਮ ਬਾਰੇ ਕੁਝ ਪਤਾ ਹੀ ਨਹੀਂ ਹੈ। ਇਦਾਂ ਦੀ ਤਰਾਸਦੀ ਕਿਉਂ ਹੈ, ਕਿਉਂ ਨਹੀਂ ਪਤਾ ਉਹਨਾਂ ਨੂੰ? ਕਿਉਂਕਿ ਸਾਡੇ ਬੱਚੇ ਇਹ ਬੜੀ ਪੂਰੀ ਰਿਸਰਚ ਨਹੀਂ ਕਰਦੇ। ਉਹ ਆਪਣੀ ਜੇ ਅੱਜ ਉਹਨਾਂ ਨੂੰ ਕੋਈ ਰਸਤਾ ਦੱਸਦਾ ਵੀ ਹੈ ਤਾਂ ਉਹਦੇ 'ਤੇ ਉਹ ਗਵਰਨਮੈਂਟ ਦੀ ਸਾਈਟ 'ਤੇ ਨਹੀਂ ਜਾਣਗੇ, ਵੈਬਸਾਈਟ 'ਤੇ ਨਹੀਂ ਜਾਣਗੇ, ਉਹਨੂੰ ਪੂਰੀ ਤਰ੍ਹਾਂ ਸਮਝਣਗੇ ਨਹੀਂ, ਰੂਲਸ ਨੂੰ ਨਹੀਂ ਸਮਝਣਗੇ। ਸਿਰਫ ਆਪਾਂ ਬੜੇ ਪੰਜਾਬੀ ਬੜੇ ਮਿੱਠੇ ਦੇ ਪਿਆਰ ਭਰੇ ਹੁੰਦੇ ਹਾਂ, ਆਪਾਂ ਕਿਸੇ ਨੇ ਆਪਾਂ ਨੂੰ ਦੋ ਗੱਲਾਂ ਪਿਆਰ ਨਾਲ ਕਹਿਤੀਆਂ ਤਾਂ ਅਸੀਂ ਉਹਦੇ ਵੱਲ ਉਸੇ ਵੇਲੇ ਉਹਦੀ ਗੱਲ ਮੰਨ ਕੇ ਤੁਰ ਪੈਂਦੇ ਹਾਂ। ਕਿ ਜਿਹੜੇ ਸਾਡੇ ਏਜੰਟਸ ਹੈਗੇ ਨੇ ਉਹ ਕਿਸ ਤਰ੍ਹਾਂ ਫਾਇਦਾ ਚੁੱਕਦੇ ਨੇ, ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੋ ਗਈ ਜਾਂ ਜਿਹੜੇ ਲੋਕ ਬਾਹਰ ਜਾਣ ਦੇ ਇੱਛੁਕ ਹੁੰਦੇ ਉਹਨਾਂ ਨੂੰ ਤੇ ਇੱਕ ਤਲਬ ਹੁੰਦੀ ਹੈ ਕਿ ਬਾਹਰ ਦੀ ਇਹ ਧਰਤੀ ਦੇ ਉੱਤੇ ਇੱਕ ਵਾਰੀ ਕਦਮ ਰੱਖ ਦਈਏ। ਇਹਦੇ 'ਚ ਨੁਕਸਾਨ ਕਿਸ ਤਰ੍ਹਾਂ ਹੁੰਦਾ ਕਲਾਇੰਟ ਦਾ? ਕੈਂਡੀਡੇਟ ਦਾ ਜਾਂ ਕਲਾਇੰਟ ਦਾ ਕਈ ਨੁਕਸਾਨ ਇਸ ਤਰੀਕੇ ਨਾਲ ਹੁੰਦਾ ਕਿ ਜਲਦਬਾਜ਼ੀ ਦੇ ਵਿੱਚ ਉਹ ਪੂਰੀ ਸਕੀਮ ਨਹੀਂ ਪੜ੍ਹਦੇ। ਜਿਸ ਤਰ੍ਹਾਂ ਇੱਕ ਰਿਕੁਆਇਰਮੈਂਟ ਹੈਗੀ ਹੈ, ਉਹਦੇ ਵਿੱਚ ਬੇਸਿਕ ਰਿਕੁਆਇਰਮੈਂਟ ਹੈ ਕਿ ਤੁਹਾਡੀ ਕਲਾਸ 12 ਤੋਂ ਬਾਅਦ ਤੁਹਾਡੇ ਕੋਲ 1 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਅੰਡਰ ਨਿਊ ਗਾਈਡਲਾਈਨਸ। ਅੱਛਾ, ਇਹਦੇ 'ਚ ਏਜ ਲਿਮਿਟ ਬਾਰੇ ਦੱਸੋ, ਕਿਉਂਕਿ ਕਿਹਾ ਇਹ ਵੀ ਜਾਂਦਾ ਹੈਗਾ ਕਿ ਜਿਹੜੇ EMPLOYERS ਹੁੰਦੇ ਨੇ ਜੋ ਉੱਥੇ ਹਾਇਰ ਕਰਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ 18 ਤੋਂ ਵੱਧ 35 ਸਾਲ ਤੱਕ ਤਾਂ ਅਸੀਂ ਹਾਇਰਿੰਗ ਕਰ ਲਈਏ, ਕਿਉਂਕਿ એનર્ਜੀ ਲੈਵਲ ਹਾਈ ਹੁੰਦਾ, ਉਹਦੇ 'ਚ ਫਾਇਦਾ ਰਹਿੰਦਾ। ਤੇ ਇਹਦੀ ਕੋਈ ਏਜ ਲਿਮਿਟ ਵੀ ਹੁੰਦੀ ਹੈ ਇਸ ਤਰ੍ਹਾਂ? ਇਹ ਗਵਰਨਮੈਂਟ ਦੇ ਵੱਲੋਂ ਕੀ ਗਾਈਡਲਾਈਨਸ? ਪਰ ਗਵਰਨਮੈਂਟ ਦੇयर इज नो ਏਜ ਲਿਮਿਟ, ਕੋਈ ਏਜ ਲਿਮਿਟ ਨਹੀਂ ਹੈਗੀ। ਕਿਸੇ ਵੀ ਏਜ ਦੇ ਕੈਂਡੀਡੇਟਸ ਅਪਲਾਈ ਕਰ ਸਕਦੇ ਹੈ ਅੰਡਰ ਦਿਸ ਪ੍ਰੋਫੈਸ਼ਨ। ਡੀਜੇ ਸਿੰਘ ਜੀ, ਇੱਕ ਚੀਜ਼ ਦੱਸੋ, ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀਗੀ ਮਹਾਮਾਰੀ ਦੇ ਦੌਰਾਨ ਜੀ, ਉਸ ਦੌਰਾਨ ਕਿੰਨਾ ਜ਼ਿਆਦਾ ਇਸ ਦੇ ਜਿਹੜਾ ਗ੍ਰਾਫ ਹੈਗਾ ਨੈਨੀ ਨੂੰ ਲੈ ਕੇ ਕਿੰਨਾ ਜ਼ਿਆਦਾ ਉਛਾਲ ਆਇਆ ਉਹਦੇ ਵਿੱਚ ਤੇ ਕਿਸ ਤਰ੍ਹਾਂ ਫਾਇਦਾ ਹੋਇਆ? ਦੇਖੋ ਡਿਮਾਂਡ ਬਹੁਤ ਵੱਧ ਗਈ ਹੈ ਚਾਈਲਡ ਕੇਅਰ ਗਿਵਰਸ ਦੀ। ਕਿਸ ਤਰੀਕੇ ਨਾਲ ਕਿ ਹੁਣ ਪੇਰੈਂਟਸ ਬੱਚਿਆਂ ਨੂੰ ਸਕੂਲ ਨਹੀਂ ਭੇਜ ਪਾ ਰਹੇ, ਬੱਚੇ ਕਰ ਰਹੇ ਔਰ ਫਿਰ ਪੇਰੈਂਟਸ ਨੇ ਜੌਬ 'ਤੇ ਜਾਣਾ, ਜੇ ਉਹ ਵਰਕ ਫਰੋਮ ਹੋਮ ਵੀ ਕਰ ਰਹੇ ਉਹ ਆਪਣਾ ਕੰਮ ਕਰਨਗੇ ਜਾਂ ਬੱਚੇ ਨੂੰ ਸੰਭਾਲਣਗੇ। ਇਸ ਕੋਰਸ ਦੇ ਵਿੱਚ ਜਾਂ ਨੈਨੀ ਦਾ ਕੋਰਸ ਕਰਨ ਤੋਂ ਬਾਅਦ ਜਿਹੜੇ ਇੱਛੁਕ ਲੋਕ ਹੈਗੇ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਜੇ ਬੈਂਡ ਬਾਰੇ ਦੱਸਣਾ ਹੋਵੇ ਕਿੰਨੇ ਬੈਂਡਸ ਦੀ ਜ਼ਰੂਰਤ ਹੁੰਦੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਪੁੱਛਿਆ ਤੁਸੀਂ, ਕਿਉਂਕਿ ਸਾਡੇ ਕੋਲ ਜਿੰਨੀਆਂ ਕਾਲਸ ਆਉਂਦੀਆਂ ਉਹ ਸਾਰੇ ਕਹਿੰਦੇ ਜੀ ਆਈਲੈਟਸ ਕਰਨਾ ਪਊ। ਹਿੰਦੀ ਦਾ ਨਾ ਇੱਕ ਸ਼ਬਦ ਹੈ ਮਹੱਤਵਾਕਾਂਖਸ਼ਾएं, ਖੁਆਇਸ਼ਾਂ ਵੀ ਕਹਿੰਦੇ ਉਹਨੂੰ ਆਪਾਂ। ਹਰ ਬੰਦੇ ਦੀਆਂ ਐਂਬੀਸ਼ਨਸ ਹੁੰਦੀਆਂ, ਡ੍ਰੀਮਸ ਹੁੰਦੀਆਂ। ਇੱਕ ਸਭ ਤੋਂ ਵੱਡੀ ਡ੍ਰੀਮ ਇਹਨਾਂ ਲੋਕਾਂ ਦੀ ਇਹ ਹੁੰਦੀ ਹੈ ਜੋ ਬਾਹਰ ਜਾਂਦੇ ਆ ਕਿ ਸਾਨੂੰ PR ਮਿਲ ਜੇ, ਅਸੀਂ ਵੈਲ ਸੈਟਲਡ ਉੱਥੇ ਹੋ ਜਾਈਏ। ਇਹ ਨੈਨੀ ਦਾ ਜਿਹੜਾ ਕੋਰਸ ਹੈਗਾ ਉਹਦੇ ਤਹਿਤ ਜਿਹੜੇ ਲੋਕ ਬਾਹਰ ਚਲੇ ਜਾਂਦੇ ਆ ਉਹਨਾਂ ਨੂੰ PR ਲੈਣ ਦੇ ਵਿੱਚ ਕੋਈ ਮਿਹਨਤ ਕਰਨੀ ਪੈਂਦੀ ਹੈ ਜਾਂ ਕਿਸੇ ਤਰ੍ਹਾਂ ਦੀਆਂ ਉਹਨਾਂ ਦੇ ਲਈ ਅੱਗੇ ਸਟਰਗਲ ਕੀ ਹੁੰਦੀ ਹੈ? ਪਹਿਲੇ ਸੀਗਾ? ਨਹੀਂ, ਪਹਿਲੇ ਨਹੀਂ ਸੀਗਾ। ਪਹਿਲੇ ਤੁਸੀਂ ਐਜ਼ ਏ ਵਰਕਰ ਹੀ ਜਾਂਦੇ ਸੀਗੇ। ਉਹਨਾਂ ਨੇ ਤੇ ਪਾਥਵੇ ਬਣਾਤਾ ਡੀਜੇ ਸਿੰਘ ਜੀ, ਲੇਕਿਨ ਜਿਹੜੇ ਸਾਡੇ ਇੱਥੋਂ ਦੇ ਲੋਕ ਬੈਠੇ ਹੋਏ ਨੇ ਉਹਨਾਂ ਨੇ ਅਲੱਗ ਹੀ ਪਾਥਵੇ ਤਿਆਰ ਕਰ ਦੇਣਾ ਹੁੰਦਾ। ਉਹਨਾਂ ਦੀ ਆਦਤ ਹੈਗੀ, ਕਿਉਂਕਿ ਮਾਰਕੀਟ ਦੇ ਵਿੱਚ ਇਹੋ ਜਿਹੇ ਸ਼ਿਕਾਰੀ ਬੈਠੇ ਹੋਏ ਨੇ ਕਿ ਉਹ ਲੂਪ ਹੋਲਸ ਲੱਭ ਲੈਂਦੇ ਆ। ਕਈ ਕੇਸਿਸ ਇੱਦਾਂ ਦੇ ਵੀ ਆਏ ਆ ਕਿ ਜਿੱਥੇ 1 ਸਾਲ ਦਾ ਡਿਪਲੋਮਾ ਕਰਨਾ ਜ਼ਰੂਰੀ ਹੈ, ਲਾਜ਼ਮੀ ਹੈ, ਉੱਥੇ ਇਹ ਜਿਹੜੇ ਸ਼ਿਕਾਰੀ ਬੈਠੇ ਹੋਏ ਜਿਹਨਾਂ ਨੂੰ ਅਸੀਂ ਠੱਗ ਵੀ ਕਹਿੰਦੇ ਆ ਉਹ ਹੋਰ ਹੀ ਰਸਤਾ ਦਿਖਾ ਦਿੰਦੇ ਕਿ ਨਹੀਂ ਜੀ ਭਾਈ ਸਾਹਿਬ ਤੁਸੀਂ ਆਹ ਦਰਵਾਜ਼ਾ ਨਾ ਚੁਣੋ, ਆਹ ਦਰਵਾਜ਼ਾ ਜਿਹੜਾ ਹੈਗਾ ਬੜਾ ਆਸਾਨ ਹੈ। ਉਹਦੇ ਲਈ ਥੋੜ੍ਹਾ ਜਿਹਾ ਕੋਈ ਢਾਂਚਾ ਜੇ ਤੁਹਾਡੇ ਕੋਲ ਹੈਗਾ ਲੋਕਾਂ ਨੂੰ ਸਮਝਾਉਣ ਦੇ ਲਈ, ਉਹਦੇ ਉੱਤੇ ਥੋੜ੍ਹਾ ਚਾਨਣਾ ਪਾਓ। ਕਿਸੇ ਹੋਟਲ ਰੈਸਟੋਰੈਂਟ 'ਤੇ ਖਾਣਾ ਖਾਣ ਜਾਂਦੇ ਹਾਂ ਤਾਂ ਵੀ ਆਪਾਂ ਦੇਖਦੇ ਹਾਂ ਨਾ, ਆਪਾਂ ਉਹਨੂੰ ਚੈੱਕ ਕਰਦੇ ਹਾਂ ਕਿ ਉਹ ਉਹਦਾ ਹੋਟਲ ਦਾ ਖਾਣਾ ਚੰਗਾ ਹੈ ਜਾਂ ਨਹੀਂ ਹੈ। ਮੈਂ ਤੁਹਾਡਾ ਜਵਾਬ ਇਹ ਤਾਂ ਨਹੀਂ ਸੁਣਨ ਵਾਲਾ ਕਿ ਲੋਕਾਂ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ। ਜਿਹੜੇ ਲੋਕ ਏਜੰਟਸ ਕੋਲ ਜਾਂਦੇ ਉਹਨਾਂ ਨੂੰ ਪੂਰੀ ਬਖੂਬੀ ਜਾਣਕਾਰੀ ਹੋਣੀ ਚਾਹੀਦੀ ਕਿ ਕਿਹੜੇ ਏਜੰਟ ਕੋਲ ਜਾਂਦੇ ਹੋ। ਬਿਲਕੁਲ ਕਰਨਾ ਚਾਹੀਦਾ ਜੀ। ਚਾਹੇ ਤੁਸੀਂ ਵੀਜ਼ਾ ਲਵਾਉਣਾ ਹੈ, ਚਾਹੇ ਤੁਸੀਂ ਸਟੂਡੈਂਟ ਵੀਜ਼ਾ ਕਰਾਉਣਾ ਹੈ ਜਾਂ ਕੋਈ ਵੀ ਚੀਜ਼ ਲੈਣੀ, ਆਪਾਂ ਜਿਹੜੀ ਵੀ ਦੁਕਾਨ ਤੋਂ ਜਾਂਦੇ ਹਾਂ ਆਪਾਂ ਉਹਦੀ ਕੋਈ ਗੁੱਡਵਿਲ ਚੈੱਕ ਕਰਕੇ ਹੀ ਜਾਂਦੇ ਹਾਂ। ਮੈਂ ਅਕਸਰ ਜਦੋਂ ਇਹ ਸਵਾਲ ਪੁੱਛਦਾ ਮੈਨੂੰ ਕਈ ਵਾਰੀ ਇਹ ਜਵਾਬ ਸੁਣਨ ਨੂੰ ਮਿਲਦਾ ਹੈਗਾ, ਪਰ ਮੇਰਾ ਅਗਲਾ ਸਵਾਲ ਇਹਦੇ 'ਤੇ ਇਹੀ ਹੁੰਦਾ ਹੈਗਾ ਕਿ ਜਿਹੜੇ ਲੋਕ ਨੇ ਉਹ ਤਾਂ ਮਾਸੂਮ ਹੈਗੇ ਆ, ਉਹ ਜਾਂਦੇ ਹੀ ਇਸ ਕਰਕੇ ਨੇ ਕਿਉਂਕਿ ਉਹਨਾਂ ਨੂੰ ਖੁਦ ਕੁਝ ਪਤਾ ਨਹੀਂ ਚੱਲ ਰਿਹਾ ਹੁੰਦਾ। ਅਸੀਂ ਕਹਿੰਦੇ ਕਿ ਨੈੱਟ 'ਤੇ ਜਾਣਕਾਰੀ ਸਾਰੀ ਅਵੇਲੇਬਲ ਹੈਗੀ, ਜੋ ਕਿ ਹੈਗੀ ਵੀ ਹੈ, ਲੇਕਿਨ ਉਹਨੂੰ ਸਮਝਣ ਦੇ ਵਿੱਚ, ਉਹਦਾ ਤਰਜਮਾ ਕਰਨ ਦੇ ਵਿੱਚ ਮਿਹਨਤ ਲੱਗਦੀ ਹੈ, ਸਮਝਦਾਰੀ ਚਾਹੀਦੀ ਹੁੰਦੀ ਹੈ। ਪਿੰਡਾਂ ਦੇ ਵਿੱਚ ਜਿਹੜੇ ਲੋਕ ਬੈਠੇ ਹੋਏ ਨੇ ਉਹਨਾਂ ਨੂੰ ਬੇਸਿਕ ਜਾਣਕਾਰੀ ਨਹੀਂ ਹੁੰਦੀ ਹੈ। ਨੈੱਟ ਤਾਂ ਉਹ ਚਲਾਉਂਦੇ, ਉਹਨਾਂ ਨੂੰ ਪਤਾ ਹੈ YouTube 'ਤੇ ਕਿਹੜੇ ਫਲਾਣੇ ਸਿੰਗਰ ਦਾ ਗਾਣਾ ਉਹਨਾਂ ਨੇ ਸੁਣਨਾ, ਟਾਈਪ ਕਰਕੇ ਸੁਣ ਲੈਣਗੇ। ਲੇਕਿਨ ਜਦੋਂ ਉੱਥੋਂ ਦੀ ਲੈਂਗੁਏਜ ਪੜ੍ਹਨੀ ਹੋਵੇ ਜਾਂ ਅੰਗਰੇਜ਼ੀ ਦੇ ਵਿੱਚ ਚੀਜ਼ਾਂ ਨੂੰ ਸਮਝਣਾ ਹੋਵੇ, ਉਦੋਂ ਦਿੱਕਤ ਪਰੇਸ਼ਾਨੀ ਹੁੰਦੀ ਹੈ।
ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਖੈਰ ਮਖਤਮ। ਮੇਰਾ ਨਾਮ ਹੈ ਲੰਕੇਸ਼ ਤਰਖਾ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਇਸਤਕਬਾਲ ਕਰਦਾ ਹਾਂ। ਕਹਿੰਦੇ ਨੇ ਕਿ ਜਦੋਂ ਆਦਮੀ ख्वाब ਦੇਖਣੇ ਸ਼ੁਰੂ ਕਰਦਾ ਹੈ ਤਾਂ ਉਹ ਆਪਣੀ ਮੰਜ਼ਿਲ ਵੀ ਤੈਅ ਕਰਦਾ ਹੈ, ਲੇਕਿਨ ਮੰਜ਼ਿਲ ਤੈਅ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਕਦਮ ਚੁੱਕਣੇ ਪੈਂਦੇ ਆ। ਕਦਮ ਚੁੱਕਣ ਦੇ ਲਈ ਇੱਕ ਸੋਚ ਹੋਣੀ ਬੜੀ ਜ਼ਰੂਰੀ ਹੁੰਦੀ ਹੈ। ਇਸੇ ਸੋਚ ਨੂੰ ਲੈ ਕੇ ਅਸੀਂ ਜੋ ਤੁਹਾਡੇ ਸਵਾਲ ਹੁੰਦੇ ਆ ਉਹਨਾਂ ਦੇ ਜਵਾਬ ਤੁਹਾਡੇ ਤੱਕ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਇਮੀਗ੍ਰੇਸ਼ਨ ਇੱਕ ਅਜਿਹਾ ਸਾਧਨ ਹੈ ਜਿਹਦੇ ਨਾਲ ਲੋਕ ख्वाब ਸਜਾਉਂਦੇ ਨੇ। ਉਹ ਸੋਚਦੇ ਨੇ ਕਿ ਬਾਹਰ ਜਾਵਾਂਗੇ, ਕਰੀਅਰ ਸੈੱਟ ਕਰਾਂਗੇ ਤੇ ਆਪਣੇ ਘਰਦਿਆਂ ਨੂੰ ਵੀ ਖੁਸ਼ ਰੱਖਾਂਗੇ। ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਡਾਕਟਰ ਡੀਜੇ ਸਿੰਘ ਜੀ ਮੌਜੂਦ ਨੇ, ਜੋ ਖੁਦ ਇੱਕ ਇੰਟਰਨੈਸ਼ਨਲ ਕਰੀਅਰ ਐਡਵਾਈਜ਼ਰ ਅਤੇ ਇਮੀਗ੍ਰੇਸ਼ਨ ਦੇ ਜਾਂ ਮਾਈਗ੍ਰੇਸ਼ਨ ਦੇ ਐਕਸਪਰਟ ਨੇ। ਇਹਨਾਂ ਨੇ ਜੇ ਇਹਨਾਂ ਦੇ ਕਰੀਅਰ ਦੇ ਬਾਰੇ ਜਾਂ ਤੁਹਾਨੂੰ ਇਹਨਾਂ ਦੇ ਨਾਲ ਜੇ ਤਾਰੁਫ ਕਰਵਾਉਣਾ ਹੋਵੇ ਤਾਂ ਮੈਂ ਬੜੀ ਆਸਾਨ ਭਾਸ਼ਾ ਦੇ ਵਿੱਚ ਕਹਿ ਸਕਦਾ ਕਿ ਹਰ ਸਵਾਲ ਦਾ ਜਵਾਬ ਅੱਜ ਇਹਨਾਂ ਕੋਲੋਂ ਲੈਣ ਦੀ ਕੋਸ਼ਿਸ਼ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਜੀ। ਸਤਿ ਸ਼੍ਰੀ ਅਕਾਲ ਦਰਸ਼ਕਾਂ ਨੂੰ। ਸਰ ਜਦੋਂ ਤੁਹਾਡੇ ਬਾਰੇ ਜ਼ਿਕਰ ਚੱਲਦਾ ਹੈ ਤਾਂ ਅਕਸਰ ਬਾਹਰ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹ ਕਹਿੰਦੇ ਨੇ, ਲੋਕ ਕਹਿੰਦੇ ਨੇ ਕਿ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਵੇ ਇਮੀਗ੍ਰੇਸ਼ਨ ਨੂੰ ਲੈ ਕੇ ਤੁਸੀਂ ਬੇਬਾਕ ਹੋ ਕੇ ਡੀਜੇ ਸਿੰਘ ਹੋਰਾਂ ਕੋਲੋਂ ਪੁੱਛੋ, ਬੜੀ ਆਸਾਨੀ ਦੇ ਨਾਲ ਤੁਹਾਨੂੰ ਸਮਝਾ ਦੇਣਗੇ, ਤੁਹਾਡੇ ਦਿਮਾਗ ਦੇ ਖਾਨਿਆਂ ਤੱਕ ਉਹ ਗੱਲ ਪਹੁੰਚਾ ਦਿੰਦੇ ਆ। ਲੋਕਾਂ ਆਪਣੇ ਵੱਲੋਂ ਇਹੀ ਹੁੰਦਾ ਜੀ ਕਿ ਸਾਰਿਆਂ ਨੂੰ ਰਾਈਟ ਤੇ ਜੈਨੂਇਨ ਐਡਵਾਈਸ ਦਿੱਤੀ ਜਾਏ। ਕਈ ਗੱਲਾਂ ਲੋਕਾਂ ਨੂੰ ਚੰਗੀਆਂ ਲੱਗਦੀਆਂ, ਕਈ ਮਾੜੀਆਂ ਵੀ ਲੱਗਦੀਆਂ, ਕਿਉਂਕਿ ਸੱਚ ਕੜਵਾ ਵੀ ਹੁੰਦਾ ਹੈ। ਸੋ ਕੋਸ਼ਿਸ਼ ਹੈ, ਜੋ ਇੰਨੇ ਸਾਲਾਂ ਦਾ ਐਕਸਪੀਰੀਅੰਸ ਹੈ, ਆਪ ਵੀ ਮੈਂ ਆਸਟ੍ਰੇਲੀਅਨ ਰੈਜ਼ੀਡੈਂਟ ਰਿਹਾ ਤੇ ਹੋਰ ਵੀ ਦੋਸਤ ਯਾਰ ਰਹੇ ਹੈ, ਸਟੂਡੈਂਟਸ ਰਹੇ ਇੰਨੇ ਸਾਲਾਂ ਤੋਂ ਜੋ ਵਰਲਡ ਓਵਰ ਟਰੈਵਲ ਕਰ ਰਹੇ ਹੈ, ਸੈਟਲ ਹੋ ਰਹੇ ਹੈ ਫੈਮਲੀਜ਼ ਦੇ ਨਾਲ। ਸੋ ਉਹਨਾਂ ਤੋਂ ਵੀ ਫੀਡਬੈਕ ਆਉਂਦੇ ਰਹਿੰਦੇ ਆ ਕਿ ਵਾਟ ਇਜ਼ ਦੀ ਰਾਈਟ ਵੇ ਐਂਡ ਵਾਟ ਇਜ਼ ਦੀ ਜੈਨੂਇਨ ਵੇ। ਹਰ ਬੰਦੇ ਨੂੰ ਕਿਵੇਂ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਉਸ ਨਵੇਂ ਪੜਾਵ ਦੇ ਲਈ, ਨਵੀਂ ਚੀਜ਼ ਦੇ ਲਈ। ਲੋਕਾਂ ਲਈ, ਕਈਆਂ ਨਾਲ ਇਹ ਫੀਲਿੰਗ ਹੁੰਦੀ ਹੈ ਕਿ ਜੀ ਸਾਨੂੰ ਸਿਰਫ ਵੀਜ਼ਾ ਮਿਲ ਗਿਆ, ਅਸੀਂ ਉਸ ਦੇਸ਼ ਪਹੁੰਚ ਲਈਏ। ਮੈਂ ਇਸ ਚੀਜ਼ ਨੂੰ ਬੜਾ ਉਲਟੇ ਤਰੀਕੇ ਨਾਲ ਲੈਂਦਾ। ਮੈਂ ਸਮਝਦਾ ਕਿ ਤੁਸੀਂ ਆਪਣਾ ਘਰ-ਬਾਰ, ਪਰਿਵਾਰ, ਆਪਣੀ ਲਾਈਫ ਚੇਂਜ ਕਰਨ ਜਾ ਰਹੇ ਹੋ। ਸੋ ਇਮੀਗ੍ਰੇਸ਼ਨ ਇਜ਼ ਨਾਟ ਕਿ ਆਪਾਂ ਵੀਜ਼ਾ ਲੈ ਕੇ ਦੂਜੇ ਦੇਸ਼ ਪਹੁੰਚਣਾ ਹੈ। ਇਮੀਗ੍ਰੇਸ਼ਨ ਇਜ਼ ਆਪਣੀ ਪੂਰੀ ਜ਼ਿੰਦਗੀ ਨੂੰ ਸੰਭਾਲਣਾ ਅਸੀਂ ਅੱਗੇ ਜਾ ਕੇ। ਸੋ ਇਸ ਤਰੀਕੇ ਨਾਲ ਕੋਸ਼ਿਸ਼ ਕਰੀਦੀ ਹੈ ਕਿ ਜਿੰਨੀ ਵੀ ਆਪਣੀ ਨੌਲੇਜ ਹੈ, ਆਪਣਾ ਤਜਰਬਾ ਹੈ 23-24 ਸਾਲ ਦਾ, ਉਹ ਸਾਰਿਆਂ ਨਾਲ ਜੈਨੂਇਨਲੀ ਸ਼ੇਅਰ ਕੀਤਾ ਜਾਵੇ। ਸਰ ਤੁਸੀਂ ਕ੍ਰਾਸਲੈਂਡ ਐਜੂਕੇਸ਼ਨ ਐਂਡ ਕਰੀਅਰਸ ਦੇ ਕਰਤਾ ਧਰਤਾ ਹੋ। ਕ੍ਰਾਸਲੈਂਡ ਐਜੂਕੇਸ਼ਨ ਐਂਡ ਕਰੀਅਰਸ ਜੋ ਹੈ ਉਹਦੀ ਜੋ ਪਹਿਚਾਣ ਹੈ ਲੋਕਾਂ ਦੇ ਵਿੱਚ ਜੇ ਪੁੱਛੀ ਜਾਵੇ ਤੁਹਾਡੇ ਕੋਲੋਂ, ਕੀ ਸਮਝਦੇ ਹੋ, ਕਿਸ ਤਰ੍ਹਾਂ ਲੈਂਦੇ ਲੋਕ ਉਸ ਨੂੰ? ਕ੍ਰਾਸਲੈਂਡ ਦੇ ਨਾਲ ਨਾਲ ਮੈਂ ਦੋ ਹੋਰ ਐਜੂਕੇਸ਼ਨਲ ਇੰਸਟੀਟਿਊਸ਼ਨ ਨਾਲ ਵੀ ਜੁੜਿਆ ਹੋਇਆ, ਜੋ ਕਿ ਰਿਪਿਊਟਡ ਕਾਲਜਿਸ ਹੈਗੇ ਹੈ, ਯੂਸੈਮੀ ਯੂਨੀਵਰਸਿਟੀ ਕਾਇੰਡ ਹੈਗੇ ਹੈ। 23 ਸਾਲ ਹੋ ਗਏ ਬੱਚਿਆਂ ਨੂੰ ਗਾਈਡੈਂਸ, ਕਰੀਅਰ ਐਜੂਕੇਸ਼ਨ ਦਿੰਦੇ ਆ। ਸੋ ਮੇਰਾ ਮਕਸਦ ਪਾਰਟੀਕੂਲਰਲੀ ਕ੍ਰਾਸਲੈਂਡ ਨੂੰ ਸਟੈਬਲਿਸ਼ ਕਰਨ ਦਾ ਇਹ ਸੀਗਾ ਕਿ ਜੋ ਬੱਚੇ ਮਿਸਗਾਈਡ ਹੋ ਰਹੇ ਹੈ ਔਰ ਲੋਕੀ ਸਿਰਫ ਵੀਜ਼ਾ ਲਗਵਾਉਣ ਦਾ ਕੰਮ ਕਰ ਰਹੇ ਹੈ, ਉਸ ਤੋਂ ਉੱਠ ਕੇ ਬੱਚਿਆਂ ਨੂੰ ਇੱਕ ਲਾਈਫ ਸਟਾਈਲ ਜਾਂ ਇੱਕ ਕਰੀਅਰ ਆਪਸ਼ਨਸ ਦਿੱਤੀਆਂ ਜਾਣ। ਸੋ ਆਈ ਡੋਂਟ ਸੇ ਆਈ ਐਮ ਵੀਜ਼ਾ ਐਕਸਪਰਟ, ਆਈ ਸੇ ਆਈ ਐਮ ਕਰੀਅਰ ਐਂਡ ਮਾਈਗ੍ਰੇਸ਼ਨ ਐਕਸਪਰਟ। ਸੋ ਕਿ ਮੈਂ ਸਿਰਫ ਬੱਚਿਆਂ ਨੂੰ ਰਾਈਟ ਫਰੋਮ ਦੀ ਡੇ ਜਦੋਂ ਮੇਰੇ ਕੋਲ ਕੋਈ ਸਟੂਡੈਂਟ ਜਾਂ ਕੋਈ ਕੈਂਡੀਡੇਟ ਅਪਰੋਚ ਕਰਦਾ, ਪ੍ਰੋਫੈਸ਼ਨਲ ਅਪਰੋਚ ਕਰਦਾ ਕਿ ਮੈਂ ਕਿਵੇਂ ਸੈਟਲ ਹੋਣਾ ਹੈ, ਤਾਂ ਮੈਂ ਉਹਦੀ ਪਹਿਲੇ ਫੈਮਿਲੀ ਬੈਕਗਰਾਊਂਡ, ਉਹਦੀ ਪੂਰੀ ਐਜੂਕੇਸ਼ਨ, ਉਹਦੀ ਹਿਸਟਰੀ ਉਹ ਜਾਣਨਾ ਚਾਹੁੰਦਾ ਹਾਂ। ਅਤੇ ਫਿਰ ਉਸ ਤੋਂ ਬਾਅਦ ਉਹਨੂੰ ਦੱਸਦਾ ਕਿ ਤੂੰ ਆਪਣਾ ਉੱਥੇ ਜਾ ਕੇ ਕੀ ਕਰੀਅਰ ਆਪਸ਼ਨਸ ਵੀ ਹੈ। ਨੋਟ ਓਨਲੀ ਕਿ ਵੀਜ਼ਾ ਕਿਵੇਂ ਲੈਣਾ ਜਾਂ ਵੀਜ਼ਾ ਦੀ ਕੀ ਪੋਲਿਸੀਜ਼ ਹੈ, ਕਿ ਵੀਜ਼ਾ ਦੇ ਆਪਾਂ ਜਿਹੜੇ ਰੈਗੂਲੇਸ਼ਨਸ ਆ ਉਹਨੂੰ ਕਿਵੇਂ ਇੰਪਰੂਵ ਕਰਨਾ, ਆਪਣੇ ਆਪ ਨੂੰ ਅਗਲੇ ਕਰੀਅਰ ਲਈ ਪ੍ਰਪੇਅਰ ਕਿਵੇਂ ਕਰਨਾ। ਸੋ ਉਹ ਇੱਕ ਬਹੁਤ ਵੱਡਾ ਪਾਰਟ ਹੁੰਦਾ ਹੈ ਜੋ ਕਿ ਐਜ਼ ਏ ਮੈਂ ਰੈਜ਼ੀਡੈਂਟ ਵੀ ਫੀਲ ਕੀਤਾ। ਮੇਰੇ ਨੂੰ ਵੀ ਉਹ ਫੈਸਿਲਿਟੀਜ਼ ਜਾਂ ਗਾਈਡੈਂਸ ਨਹੀਂ ਮਿਲੀ ਸੀ। ਦੂਜੇ ਦੇਸ਼ ਪਹੁੰਚ ਕੇ ਸਾਨੂੰ ਵੀ ਬੜੀਆਂ ਪ੍ਰੋਬਲਮਸ, ਚੈਲੰਜਸ ਨੂੰ ਫੇਸ ਕਰਨਾ ਪਿਆ। ਸੋ ਉਹ ਮੇਰਾ ਇੱਕ ਰੋਲ ਰਹਿੰਦਾ ਹੈ, ਜਿਸ ਕਰਕੇ ਮੈਂ ਕੰਪਨੀ ਨੂੰ ਇਸਟੈਬਲਿਸ਼ ਕੀਤਾ। ਇਸੇ ਲਈ ਇਸ ਕੰਪਨੀ ਦਾ ਨਾਮ ਕ੍ਰਾਸਲੈਂਡ ਇਮੀਗ੍ਰੇਸ਼ਨ ਘੱਟ ਹੈ ਅਤੇ ਐਜੂਕੇਸ਼ਨ ਐਂਡ ਕਰੀਅਰਸ ਹੈ, ਕਿਉਂਕਿ ਅਸੀਂ ਬੱਚਿਆਂ ਨੂੰ ਰਾਈਟ ਐਜੂਕੇਸ਼ਨ, ਰਾਈਟ ਐਟਮੋਸਫੀਅਰ ਔਰ ਰਾਈਟ ਕਰੀਅਰ ਪਾਥ ਦੇ ਦੇਣ 'ਚ ਬਿਲੀਵ ਕਰਦੇ ਹਾਂ। ਸਰ ਸਾਡੀ ਕੋਸ਼ਿਸ਼ ਹੁੰਦੀ ਹੈ ਭੂਮਿਕਾ ਬਣਨੀ। ਮੈਂ ਭੂਮਿਕਾ ਬਣਨੀ ਹੈ ਤੁਹਾਡੇ ਬਾਰੇ ਲੋਕਾਂ ਦੇ ਨਾਲ ਜੋ ਤੁਹਾਡਾ ਤਾਰੁਫ ਕਰਵਾਉਣਾ ਬੜਾ ਜ਼ਰੂਰੀ ਸੀਗਾ, ਕਿਉਂਕਿ ਲੋਕਾਂ ਦਾ ਪਹਿਲੇ ਯਕੀਨ ਜਿੱਤਣਾ ਬੜਾ ਜ਼ਰੂਰੀ ਹੁੰਦਾ। ਹੁਣ ਮੁੱਦੇ ਦੀ ਗੱਲ 'ਤੇ ਆਉਂਦੇ ਹਾਂ। ਮੁੱਦੇ ਦੀ ਗੱਲ ਇਹ ਹੈ ਕਿ ਲੋਕਾਂ ਦੇ ਦਿਮਾਗਾਂ ਦੇ ਵਿੱਚ, ਦਿਲਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ, ਬਹੁਤ ਸਾਰੇ ਪ੍ਰਸ਼ਨ ਹੁੰਦੇ ਆ। ਇੱਕ ਖਾਸ ਤੌਰ 'ਤੇ ਨੈਨੀ ਦਾ ਕੋਰਸ ਹੈ ਜਿਸ ਦੇ ਬਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ। ਉਹਨਾਂ ਸਵਾਲਾਂ ਨੂੰ ਲੈ ਕੇ ਹੁਣ ਤੁਹਾਡੇ ਤੱਕ ਆਵਾਂਗਾ। ਮੈਨੂੰ ਇਹ ਦੱਸੋ, ਜੇ ਲੋਕਾਂ ਨੂੰ ਪਹਿਲੇ ਆਸਾਨ ਭਾਸ਼ਾ ਦੇ ਵਿੱਚ ਸਮਝਾਉਣਾ ਹੋਵੇ, ਇਹ ਨੈਨੀ ਦਾ ਕੋਰਸ ਹੁੰਦਾ ਕੀ ਹੈ, ਤਾਂ ਕਿ ਉਹਨਾਂ ਦੇ ਖਾਨਿਆਂ ਤੱਕ ਗੱਲ ਪਹੁੰਚ ਜਾਵੇ। ਅੱਗੇ ਜੀ ਬਹੁਤ ਵੱਡਾ ਮੁੱਦਾ ਤੁਸੀਂ ਚੁੱਕਿਆ ਅੱਜ ਦੀ ਤਰੀਕ ਦੇ ਵਿੱਚ, ਔਰ ਇਹ ਇੰਪੋਰਟੈਂਟ ਇਸ ਲਈ ਹੈ ਕਿ ਕੈਨੇਡਾ ਗੌਰਮੈਂਟ ਨੇ ਪਿਛਲੇ ਸਾਲ ਬਹੁਤ ਵੱਡੀ ਇੱਕ ਨਵੀਂ ਸਕੀਮ ਕੱਢੀ ਹੈ ਚਾਈਲਡ ਕੇਅਰ ਗਿਵਰਸ ਦੇ ਨਾਮ ਤੋਂ, ਜਿਹਨੂੰ ਕਿ ਆਪਣੇ ਲੋਕਲ ਲੈਂਗੁਏਜ ਆਪਾਂ ਨੈਨੀ ਦੇ ਨਾਮ ਤੋਂ ਪ੍ਰੋਪਰਲੀ ਜਾਣਦੇ ਹਾਂ। ਸੋ ਜਿਹੜੀ ਇਹ ਸਕੀਮ ਆਈ ਹੈ ਜੀ 5 ਸਾਲ ਲਈ ਗੌਰਮੈਂਟ ਨੇ ਕੱਢੀ ਹੈ। ਸੋ ਬਹੁਤ ਸਾਰੇ ਬੱਚੇ ਅਸੀਂ ਦੇਖ ਰਹੇ ਹਾਂ ਕਿ ਅੱਜ ਵੀ ਉਸ ਪੁਰਾਣੀ ਸਕੀਮ ਦੇ ਬੇਸ 'ਤੇ ਹੈ, ਉਹਨਾਂ ਨੂੰ ਨਵੀਂ ਸਕੀਮ ਬਾਰੇ ਕੁਝ ਪਤਾ ਹੀ ਨਹੀਂ ਹੈ। ਉਹਨਾਂ ਕਰਨਾ ਕਰਕੇ ਉਹ ਬੜੇ ਹੀ ਮਿਸਗਾਈਡ ਹੋ ਰਹੇ ਹੈ ਔਰ ਆਪਣਾ ਪ੍ਰੋਪਰ ਭਵਿੱਖ ਨਹੀਂ ਬਣਾ ਪਾ। ਇਦਾਂ ਦੀ ਤਰਾਸਦੀ ਕਿਉਂ ਹੈ, ਕਿਉਂ ਨਹੀਂ ਪਤਾ ਉਹਨਾਂ ਨੂੰ?
ਕਿਉਂਕਿ ਸਾਡੇ ਬੱਚੇ ਇਹ ਬੜੀ ਪੂਰੀ ਰਿਸਰਚ ਨਹੀਂ ਕਰਦੇ। ਉਹ ਆਪਣੀ ਜੇ ਅੱਜ ਉਹਨਾਂ ਨੂੰ ਕੋਈ ਰਸਤਾ ਦੱਸਦਾ ਵੀ ਹੈ ਤਾਂ ਉਹਦੇ 'ਤੇ ਉਹ ਗੌਰਮੈਂਟ ਦੀ ਸਾਈਟ 'ਤੇ ਨਹੀਂ ਜਾਣਗੇ, ਵੈਬਸਾਈਟ 'ਤੇ ਨਹੀਂ ਜਾਣਗੇ, ਉਹਨੂੰ ਪੂਰੀ ਤਰ੍ਹਾਂ ਸਮਝਣਗੇ ਨਹੀਂ, ਰੂਲਸ ਨੂੰ ਨਹੀਂ ਸਮਝਣਗੇ। ਸਿਰਫ ਆਪਾਂ ਬੜੇ ਪੰਜਾਬੀ ਬੜੇ ਮਿੱਠੇ ਦੇ ਪਿਆਰ ਭਰੇ ਹੁੰਦੇ ਹਾਂ, ਆਪਾਂ ਕਿਸੇ ਨੇ ਆਪਾਂ ਨੂੰ ਦੋ ਗੱਲਾਂ ਪਿਆਰ ਨਾਲ ਕਹਿਤੀਆਂ ਤਾਂ ਅਸੀਂ ਉਹਦੇ ਵੱਲ ਉਸੇ ਵੇਲੇ ਉਹਦੀ ਗੱਲ ਮੰਨ ਕੇ ਤੁਰ ਪੈਂਦੇ ਹਾਂ। ਸੋ ਮੈਂ ਇਸ ਚੀਜ਼ ਤੋਂ ਥੋੜ੍ਹਾ ਜਿਹਾ ਹੈਗਾ ਕਿ ਆਪਾਂ ਨੂੰ ਕੋਈ ਵੀ ਇੱਕ ਬੰਦਾ ਗਾਈਡ ਕਰ ਰਿਹਾ, ਆਪਾਂ ਉਹਦੀ ਰਿਸਪੈਕਟ ਕਰੀਏ, ਉਹਦੀ ਗਾਈਡੈਂਸ ਲਈਏ, ਬਟ ਆਪਾਂ ਉਹਨੂੰ ਵੈਰੀਫਾਈ ਵੀ ਕਰੀਏ। ਜਦੋਂ ਆਪਾਂ ਬਿਨਾਂ ਵੈਰੀਫਾਈ ਅੰਧਾ ਵਿਸ਼ਵਾਸ ਕਰਕੇ ਕਿਸੇ ਚੀਜ਼ ਵੱਲ ਤੁਰ ਪੈਂਦੇ ਹਾਂ ਤਾਂ ਨੈਚੁਰਲ ਹੈ ਉਹਦਾ ਝਟਕਾ ਲੱਗਦਾ ਹੀ ਹੈ। ਸੋ ਇਸ ਤਰੀਕੇ ਨਾਲ ਜਿਹੜੀ ਇਹ ਗੌਰਮੈਂਟ ਦੀ ਜਿਹੜੀ ਨਵੀਂ ਸਕੀਮ ਆਈ ਹੈ, ਤੁਸੀਂ ਇਹ ਮੁੱਦਾ ਉਠਾਇਆ ਤਾਂ ਆਪਾਂ ਨੂੰ ਤੁਹਾਨੂੰ ਇਨਫੋਰਮੇਸ਼ਨ ਵੀ ਦੇਣੀ ਚਾਹੂੰਗਾ ਕਿ ਅਗਲੇ 5 ਸਾਲ ਲਈ ਇਹ ਸਕੀਮ ਹੈ 2019 ਤੋਂ 2024 ਤੱਕ। ਬੱਚਿਆਂ ਨੂੰ ਹੁੰਦਾ ਕਿ ਸਕੀਮ ਅੱਜ ਹੀ ਆਈ ਹੈ, ਅੱਜ ਹੀ ਬੈਨੀਫਿਟ ਲਈਏ, ਉਹਨੂੰ ਥੋੜ੍ਹਾ ਜਿਹਾ ਪਲਾਨ ਕਰਕੇ ਅਗਰ ਉਹ ਕਰਦੇ ਤਾਂ ਉਹਦਾ ਬੈਨੀਫਿਟ ਜ਼ਿਆਦਾ ਲੈ ਸਕਦੇ ਹੈ। ਨਹੀਂ, ਜਿਹੜੇ ਲੋਕ ਕਹਿੰਦੇ ਨੇ ਕਿ ਇਹ ਸਾਰਿਆਂ 'ਚ ਹੀ ਹੁੰਦਾ, ਪਰ ਕਿਹਾ ਇਹ ਵੀ ਜਾਂਦਾ ਕਿ ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਆਰਾਮ ਨਾਲ ਜਿਹੜਾ ਚੱਲਦਾ ਉਹ ਬਾਜ਼ੀ ਜਿੱਤ ਜਾਂਦਾ। ਹਰ ਆਦਮੀ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਉਹ ਜਲਦਬਾਜ਼ੀ ਕਰਦਾ। ਇਹਦੇ ਵਿੱਚ ਮੈਨੂੰ ਇਹ ਦੱਸੋ ਕਿ ਜਿਹੜੇ ਸਾਡੇ ਏਜੰਟਸ ਹੈਗੇ ਨੇ ਉਹ ਕਿਸ ਤਰ੍ਹਾਂ ਫਾਇਦਾ ਚੁੱਕਦੇ ਨੇ, ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੋ ਗਈ ਜਾਂ ਜਿਹੜੇ ਲੋਕ ਬਾਹਰ ਜਾਣ ਦੇ ਇੱਛੁਕ ਹੁੰਦੇ ਉਹਨਾਂ ਨੂੰ ਤਾਂ ਇੱਕ ਤਲਬ ਹੁੰਦੀ ਹੈ ਕਿ ਬਾਹਰ ਦੀ ਧਰਤੀ ਦੇ ਉੱਤੇ ਇੱਕ ਵਾਰੀ ਕਦਮ ਰੱਖ ਦਈਏ। ਇਹਦੇ 'ਚ ਨੁਕਸਾਨ ਕਿਸ ਤਰ੍ਹਾਂ ਹੁੰਦਾ ਕਲਾਇੰਟ ਦਾ? ਕੈਂਡੀਡੇਟ ਦਾ ਜਾਂ ਕਲਾਇੰਟ ਦਾ ਕਈ ਨੁਕਸਾਨ ਇਸ ਤਰੀਕੇ ਨਾਲ ਹੁੰਦਾ ਕਿ ਜਲਦਬਾਜ਼ੀ ਦੇ ਵਿੱਚ ਉਹ ਪੂਰੀ ਸਕੀਮ ਨਹੀਂ ਪੜ੍ਹਦੇ। ਜਿਸ ਤਰ੍ਹਾਂ ਇੱਕ ਰਿਕੁਆਇਰਮੈਂਟ ਹੈਗੀ ਹੈ, ਉਹਦੇ ਵਿੱਚ ਬੇਸਿਕ ਰਿਕੁਆਇਰਮੈਂਟ ਹੈ ਕਿ ਤੁਹਾਡੀ ਕਲਾਸ 12 ਤੋਂ ਬਾਅਦ ਤੁਹਾਡੇ ਕੋਲ 1 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਅੰਡਰ ਨਿਊ ਗਾਈਡਲਾਈਨਸ। ਲੇਕਿਨ ਕੈਂਡੀਡੇਟ ਕਹਿੰਦੇ ਅੱਛਾ ਡਿਪਲੋਮਾ ਚਾਹੀਦਾ, ਅਸੀਂ ਜੀ ਕਿਸੇ ਵੀ ਛੋਟੀ ਮੋਟੀ ਅਕੈਡਮੀ 'ਤੇ ਜਾਂਦੇ ਹਾਂ, ਫਰਜ਼ੀ ਛੋਟੀ ਜਿਹੀ ਅਕੈਡਮੀ ਬਣੀ ਹੋਈ ਹੈ, ਉਹਦੇ 'ਤੇ ਕੋਲ ਜਾਂਦੇ ਹਾਂ ਕਿ ਜੀ ਸਾਨੂੰ ਜੀ ਸਰਟੀਫਿਕੇਟ ਦੇ ਦਿਓ, ਸਾਨੂੰ ਬੈਕ ਡੇਟ ਦੇ ਦਿਓ। ਉਹ 6 ਮਹੀਨੇ ਦਾ ਸਰਟੀਫਿਕੇਟ ਬਣਾ ਕੇ ਬੈਕ ਡੇਟ 'ਚ ਉਹਦੀ ਕੋਈ ਕ੍ਰੈਡੈਂਸ਼ੀਅਲ ਨਹੀਂ, ਕੋਈ ਉਹਦੀ ਵੈਰੀਫਿਕੇਸ਼ਨ ਨਹੀਂ ਗੌਰਮੈਂਟ ਕਰ ਸਕਦੀ। ਤਾਂ ਇਸ ਤਰੀਕੇ ਦੇ ਸਰਟੀਫਿਕੇਟ ਬਣਵਾਉਂਦੇ ਵੀ ਹੈ, ਲੈਂਦੇ ਵੀ ਹੈ ਜਾਂ ਪ੍ਰੋਪਰ ਕੋਰਸ ਵੀ ਕਰਦੇ ਹੈ, ਬਟ ਉਹ ਨਾਨ ਵੈਲਿਡ ਆਰਗੇਨਾਈਜੇਸ਼ਨਸ ਤੋਂ ਕਰ ਲੈਂਦੇ। ਸੋ ਅੰਡਰ ਦੀ ਨਿਊ ਗਾਈਡਲਾਈਨਸ ਦੇਰ ਇਜ਼ ਅ ਮੈਂਡੇਟਰੀ ਰਿਕੁਆਇਰਮੈਂਟ ਕਿ ਤੁਹਾਨੂੰ 1 ਸਾਲ ਦਾ ਕੋਰਸ ਕਰਨਾ ਹੈ, ਔਰ ਉਹ ਜਿਹੜਾ ਕੋਰਸ ਹੈ ਉਹ ਯੂਨੀਵਰਸਿਟੀ ਤੋਂ ਇਸ਼ੂ ਹੋਣਾ ਚਾਹੀਦਾ ਹੈ ਜਾਂ ਉਸ ਕੋਰਸ ਸਰਟੀਫਿਕੇਟ ਦੀ ECA ਵੈਰੀਫਿਕੇਸ਼ਨ ਹੋ ਸਕੇ। ECA ਕੀ ਹੁੰਦੀ ਹੈ? ਇਟ ਇਜ਼ ਐਜੂਕੇਸ਼ਨਲ ਕ੍ਰੈਡੈਂਸ਼ੀਅਲਸ ਅਸੈਸਮੈਂਟ, ਜਿਹਨੂੰ ਪੰਜਾਬ 'ਚ ਲੋਕੀ ਵੈਸ ਦੇ ਨਾਮ ਤੋਂ ਵੀ ਕਾਫੀ ਆਪਣੇ ਸਮਝਦੇ ਆ ਕਿ ਵੈਸ ਕਰਾਉਣੀ ਹੁੰਦੀ ਹੈ ਜੀ, ਤਾਂ ਡਾਕੂਮੈਂਟਸ ਦੀ ਵੈਸ ਹੁੰਦੀ ਹੈ। ਸੋ ਉਸੇ ਤਰੀਕੇ ਨਾਲ ECA ਇੱਕ ਮੇਜਰ ਬੋਡੀ ਹੈ, ਪ੍ਰੋਸੈਸ ਹੈਗਾ, ਔਰ ਉਹਦੀ ਅੱਗੋਂ ਅਲੱਗ-ਅਲੱਗ ਬੋਡੀਜ਼ ਹੈ ਜੋ ਇਹਨੂੰ ਵੈਰੀਫਾਈ ਕਰਦੀਆਂ। ਸੋ WES ਇਜ਼ ਅ ਵਨ ਆਰਗੇਨਾਈਜੇਸ਼ਨ, ਦੇਰ ਆਰ ਅਦਰ ਆਰਗੇਨਾਈਜੇਸ਼ਨਸ ਜਿਹੜੀਆਂ ਕਿ ਇਹ ਸਰਟੀਫਿਕੇਟਸ ਨੂੰ ਵੈਲੀਡੇਟ ਕਰਦੀਆਂ। ਲੇਕਿਨ ਉਸ ਚੀਜ਼ ਨੂੰ ਕੋਈ ਨਹੀਂ ਦੱਸਦਾ, ਨਾ ਬੱਚੇ ਪੜ੍ਹਦੇ ਆ, ਸਿਰਫ ਹਾਂਜੀ ਡਿਪਲੋਮਾ ਚਾਹੀਦਾ ਕਰਕੇ ਕਿਧਰੇ ਨਾ ਕਿਧਰੇ ਫਸ ਜਾਂਦੇ ਆ। ਅੱਛਾ, ਇਹਦੇ 'ਚ ਏਜ ਲਿਮਿਟ ਬਾਰੇ ਦੱਸੋ, ਕਿਉਂਕਿ ਕਿਹਾ ਇਹ ਵੀ ਜਾਂਦਾ ਹੈਗਾ ਕਿ ਜਿਹੜੇ ਇੰਪਲੋਇਰਸ ਹੁੰਦੇ ਨੇ ਜੋ ਉੱਥੇ ਹਾਇਰ ਕਰਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ 18 ਤੋਂ ਵੱਧ 35 ਸਾਲ ਤੱਕ ਦਾ ਅਸੀਂ ਹਾਇਰਿੰਗ ਕਰ ਲਈਏ, ਕਿਉਂਕਿ ਐਨਰਜੀ ਲੈਵਲ ਹਾਈ ਹੁੰਦਾ, ਉਹਦੇ 'ਚ ਫਾਇਦਾ ਰਹਿੰਦਾ। ਤੇ ਇਹਦੀ ਕੋਈ ਏਜ ਲਿਮਿਟ ਵੀ ਹੁੰਦੀ ਹੈ? ਇਸ ਤਰ੍ਹਾਂ ਇਹ ਗਵਰਨਮੈਂਟ ਦੇ ਵੱਲੋਂ ਕੀ ਗਾਈਡਲਾਈਨਸ ਨੇ ਇਹਨੂੰ ਲੈ ਕੇ? ਐਜ਼ ਪਰ ਗਵਰਨਮੈਂਟ ਦੇਰ ਇਜ਼ ਨੋ ਏਜ ਲਿਮਿਟ, ਕੋਈ ਏਜ ਲਿਮਿਟ ਨਹੀਂ ਹੈਗੀ, ਕਿਸੇ ਵੀ ਏਜ ਦੇ ਕੈਂਡੀਡੇਟਸ ਅਪਲਾਈ ਕਰ ਸਕਦੇ ਹੈ ਅੰਡਰ ਦਿਸ ਪ੍ਰੋਫੈਸ਼ਨ। ਬਟ ਉਹ ਜਿਹੜੀ ਕਿ ਸਾਰੀ ਚੀਜ਼ ਡਿਪੈਂਡ ਹੋ ਜਾਂਦੀ ਹੈ ਫਿਰ ਇੰਪਲੋਇਰ ਦੇ ਉੱਤੇ, ਜਿਹੜਾ ਬੰਦਾ ਉਹਨਾਂ ਨੂੰ ਜੌਬ ਦੇ ਰਿਹਾ ਉੱਥੇ ਬੁਲਾ ਰਿਹਾ, ਜਿਹਨੂੰ ਆਪਾਂ ਕਹਿੰਦੇ ਸਪਾਂਸਰ ਵੀ ਕਹਿੰਦੇ ਹੈਗੇ। ਸੋ ਸਪਾਂਸਰ ਦੇ ਉੱਤੇ ਡਿਪੈਂਡ ਕਰਦਾ। ਸੋ ਜਨਰਲੀ ਜਿਹੜੇ ਸਪਾਂਸਰ ਦੀਆਂ ਸਾਡੇ ਕੋਲ ਲਿਸਟਸ ਆਉਂਦੀਆਂ, ਨੀਡ ਆਉਂਦੀ ਹੈ, ਰਿਕੁਆਇਰਮੈਂਟ ਆਉਂਦੀ ਹੈਗੀ ਹੈ ਇੰਪਲੋਇਰਸ ਵੱਲੋਂ, ਉਹ ਏਜ ਗਰੁੱਪ ਫਰੋਮ 18 to 35 36 ਤੱਕ ਚੱਲਦੇ ਹੈ। ਇਟਸ ਨਾਟ ਕਿ ਬੰਦਾ ਜਾ ਨਹੀਂ ਸਕਦਾ ਜਾਂ ਕੋਈ ਲਿਮਿਟ ਗੌਰਮੈਂਟ ਵੱਲੋਂ ਰਿਸਟ੍ਰਿਕਟਡ ਨਹੀਂ ਹੈ, ਬਟ ਇੰਪਲੋਇਰਸ ਦੇਖਦੇ ਹੈ ਕਿ ਜਿਹੜਾ ਕੈਂਡੀਡੇਟ ਆ ਰਿਹਾ ਉਹਨਾਂ ਦੇ ਬੱਚਿਆਂ ਨੂੰ ਦੇਖਣਾ ਹੈ, ਉਹਦੀ ਇੱਕ ਐਨਰਜੀ ਲੈਵਲ ਹੋਵੇ ਔਰ ਉਹ ਆਪਣਾ ਆਪ ਨੂੰ ਚੰਗੀ ਤਰ੍ਹਾਂ ਸਾਡੇ ਬੱਚਿਆਂ ਦੀ ਕੇਅਰ ਕਰ ਸਕੇ, ਸੇਫਟੀ, ਸਿਕਿਉਰਿਟੀ, ਹੈਲਥ, ਫੂਡ, ਐਵਰੀਥਿੰਗ ਦੀ ਚਾਈਲਡ ਕੇਅਰ ਗਿਵਰ ਸ਼ੁੱਡ ਏਬਲ ਟੂ ਟੇਕ। ਡੀਜੇ ਸਿੰਘ ਜੀ, ਇੱਕ ਚੀਜ਼ ਦੱਸੋ, COVID-19 ਦੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀਗੀ ਮਹਾਮਾਰੀ ਦੇ ਦੌਰਾਨ ਜੀ, ਉਸ ਦੌਰਾਨ ਕਿੰਨਾ ਜ਼ਿਆਦਾ ਇਸ ਦੇ ਜਿਹੜਾ ਗ੍ਰਾਫ ਹੈਗਾ ਨੈਨੀ ਨੂੰ ਲੈ ਕੇ ਕਿੰਨਾ ਜ਼ਿਆਦਾ ਉਛਾਲ ਆਇਆ ਉਹਦੇ ਵਿੱਚ, ਤੇ ਕਿਸ ਤਰ੍ਹਾਂ ਫਾਇਦਾ ਹੋਇਆ? ਦੇਖੋ ਡਿਮਾਂਡ ਬਹੁਤ ਵੱਧ ਗਈ ਹੈ ਚਾਈਲਡ ਕੇਅਰ ਗਿਵਰਸ ਦੀ। ਕਿਸ ਤਰੀਕੇ ਨਾਲ ਕਿ ਹੁਣ ਪੇਰੈਂਟਸ ਬੱਚਿਆਂ ਨੂੰ ਸਕੂਲ ਨਹੀਂ ਭੇਜ ਪਾ ਰਹੇ, ਬੱਚੇ ਕਰ ਰਹੇ, ਔਰ ਫਿਰ ਪੇਰੈਂਟਸ ਨੇ ਜੌਬ 'ਤੇ ਜਾਣਾ, ਜੇ ਉਹ ਵਰਕ ਫਰੋਮ ਹੋਮ ਵੀ ਕਰ ਰਹੇ ਉਹ ਆਪਣਾ ਕੰਮ ਕਰਨਗੇ ਜਾਂ ਬੱਚੇ ਨੂੰ ਸੰਭਾਲਣਗੇ। ਕਰੈਚਿਸ ਉੱਥੇ ਬੰਦ ਹੈਗੀਆਂ ਸਾਰੀ ਜਗ੍ਹਾ, ਬੀਟ ਕੈਨੇਡਾ, UK, ਆਸਟ੍ਰੇਲੀਆ, US, ਸਾਰੀ ਜਗ੍ਹਾ ਕਰੈਚਿਸ ਬੰਦ ਹੈਗੀਆਂ। ਸੋ ਬੱਚਿਆਂ ਦੀ ਦੇਖ ਰੇਖ ਕੌਣ ਕਰੇਗਾ? ਤਾਂ ਉਹਦੇ ਲਈ ਚਾਈਲਡ ਕੇਅਰ ਗਿਵਰਸ ਚਾਹੀਦਾ। ਸੋ ਚਾਈਲਡ ਕੇਅਰ ਗਿਵਰਸ ਦੀ ਬਹੁਤ ਜ਼ਿਆਦਾ ਡਿਮਾਂਡ ਵਧੀ ਹੈ ਉੱਥੇ, ਔਰ ਉਹਦਾ ਇਫੈਕਟ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਮੀਡੀਏਟਲੀ ਬਾਹਰੋਂ ਵਰਕਰਸ ਹੋਰ ਬੁਲਾਏ ਜਾਣਗੇ, ਕਿਉਂਕਿ ਟਰੈਵਲ ਤਾਂ ਰਿਸਟ੍ਰਿਕਟਡ ਹੈ ਹੀ ਹੈ, ਬਟ ਵੇਜ ਰੇਟ ਬਹੁਤ ਵੱਧ ਗਿਆ। ਗੌਰਮੈਂਟ ਦੇ ਡਾਟਾ 'ਚ ਉਹਦੀ ਸਟੈਟਿਕਸ ਦੇ ਵਿੱਚ ਨੀਡ ਹੋਰ ਵੱਧ ਗਈ ਹੈ, ਜਿਹਦੇ ਲੌਂਗ ਟਰਮ ਸਾਨੂੰ ਜਿਹੜੇ ਵਰਕਰਸ ਜਾਣਗੇ ਉਹਨਾਂ ਨੂੰ ਹੋਰ ਫਾਇਦਾ ਹੋਏਗਾ। ਬੈਂਡਸ ਨੂੰ ਲੈ ਕੇ ਲੋਕਾਂ ਦੇ ਬੜੇ ਸਵਾਲ ਹੁੰਦੇ ਆ,
ਇਸ ਕੋਰਸ ਦੇ ਵਿੱਚ ਜਾਂ ਨੈਨੀ ਦਾ ਕੋਰਸ ਕਰਨ ਤੋਂ ਬਾਅਦ ਜਿਹੜੇ ਇੱਛੁਕ ਲੋਕ ਹੈਗੇ ਨੇ, ਜਿਹੜੇ ਬਾਹਰ ਜਾਣਾ ਚਾਹੁੰਦੇ ਆ, ਉਹਨਾਂ ਨੂੰ ਜੇ ਬੈਂਡ ਬਾਰੇ ਦੱਸਣਾ ਹੋਵੇ, ਕਿੰਨੇ ਬੈਂਡਸ ਦੀ ਜ਼ਰੂਰਤ ਹੁੰਦੀ ਹੈ? ਬਹੁਤ ਇੰਪੋਰਟੈਂਟ ਕੁਐਸਚਨ ਪੁੱਛਿਆ ਤੁਸੀਂ, ਕਿਉਂਕਿ ਸਾਡੇ ਕੋਲ ਜਿੰਨੀਆਂ ਕਾਲਸ ਆਉਂਦੀਆਂ ਉਹ ਸਾਰੇ ਕਹਿੰਦੇ ਜੀ ਆਈਲੈਟਸ ਕਰਨਾ ਪਊ। ਹਾਂਜੀ, ਆਈਲੈਟਸ ਜਿਹੜੇ ਆਪਾਂ ਦੇਸ਼ ਜਾ ਰਹੇ ਹਾਂ, ਆਈਲੈਟਸ ਇਜ਼ ਇੰਗਲਿਸ਼ ਟੈਸਟ, ਤੁਹਾਡਾ ਦੱਸਦਾ ਕਿ ਤੁਹਾਡੀ ਇੰਗਲਿਸ਼ ਕਿਵੇਂ ਹੈ। ਜੇ ਅਸੀਂ ਚਾਹ ਰਹੇ ਹਾਂ ਉਸ ਦੇਸ਼ ਦੇ ਵਿੱਚ, ਤਾਂ ਸਾਨੂੰ ਇੰਗਲਿਸ਼ ਤਾਂ ਆਪਣੀ ਉਸ ਲੈਵਲ 'ਤੇ ਲਿਆਉਣੀ ਪਊਗੀ। ਬਟ ਦੇਰ ਇਜ਼ ਆਲਸੋ ਵਨ ਗੁੱਡ ਨਿਊਜ਼ ਕਿ ਇਸ ਜਿਹੜੀ ਕੰਡੀਸ਼ਨ ਹੈ, ਜਿਹੜੀ ਗੌਰਮੈਂਟ ਨੇ ਕਲੌਜ਼ ਲਗਾਈਆਂ ਆਈਲੈਟਸ ਰਿਕੁਆਇਰਮੈਂਟ ਦੀਆਂ, ਉਹ ਕੋਈ ਜ਼ਿਆਦਾ ਨਹੀਂ ਹੈਗੀਆਂ। ਤੁਹਾਨੂੰ ਸਿਰਫ 5 ਬੈਂਡ ਆਈਲੈਟਸ ਦੀ ਇਸ ਪ੍ਰੋਗਰਾਮ 'ਚ ਲੋੜ ਹੈਗੀ ਹੈ ਅੰਡਰ ਦਿਸ। ਔਰ ਅਗਰ ਤੁਸੀਂ ਉਸ ਲੈਵਲ ਦੀ ਇੰਗਲਿਸ਼ ਨੈਚੁਰਲ, ਅਗਰ ਨਾਰਮਲ ਇੰਗਲਿਸ਼ ਵੀ ਕੋਈ ਬੇਸਿਕ ਜਾਣਦਾ ਤਾਂ 5 ਬੈਂਡ ਈਚ ਤਾਂ ਕਰ ਹੀ ਸਕਦਾ ਹੈ। ਸੋ ਘਬਰਾਉਣ ਦੀ ਲੋੜ ਨਹੀਂ ਹੈ ਕਿ ਇਹ ਆਈਲੈਟਸ ਦੀ ਰਿਕੁਆਇਰਮੈਂਟ ਹੈ, ਬਟ ਇਟ ਇਜ਼ ਰਿਕੁਆਇਰਡ। ਕੁਝ ਇਹੋ ਜਿਹੇ ਲੋਕ ਵੀ ਮਿਲਦੇ ਹੋਣਗੇ ਜਿਨ੍ਹਾਂ ਨੇ ਜੋ ਪੇਸ਼ੇ ਤੋਂ, ਪ੍ਰੋਫੈਸ਼ਨ ਤੋਂ, ਟੀਚਰ ਹੈ ਜਾਂ ਨਰਸ ਹੈ ਜਾਂ ਕਿਸੇ ਹੋਰ ਪੇਸ਼ੇ ਦੇ ਨਾਲ ਉਹਨਾਂ ਦਾ ਜੁੜਾਵ ਹੈ, ਚਾਈਲਡ ਕੇਅਰ ਪ੍ਰੋਫੈਸ਼ਨ ਦੇ ਨਾਲ, ਉਹ ਵੀ ਤੁਹਾਡੇ ਤੱਕ ਆਉਂਦੇ ਹੈਗੇ ਆ ਕਿ ਜੀ ਦੇਖੋ ਅਸੀਂ ਜਾਣਾ ਚਾਹੁੰਦੇ ਹਾਂ ਜਾਂ ਵਿਦਆਊਟ ਡਿਪਲੋਮਾ ਜਾ ਸਕਦੇ ਹਾਂ ਜਾਂ ਸਾਨੂੰ ਨੈਨੀ ਦਾ ਕੋਰਸ ਕਰਨਾ ਜ਼ਰੂਰੀ ਹੈ? ਉਹਨਾਂ ਨੂੰ ਕਿਸ ਤਰ੍ਹਾਂ ਸਮਝਾਉਂਦੇ ਹੋ? ਦੇਖੋ, ਐਜ਼ ਪਰ ਦੀ ਨੋਰਮਸ ਜਿਹੜੇ ਨਵੀਂ ਪਾਲਿਸੀ ਆਈ ਹੈ, ਉਹਦੇ ਵਿੱਚ ਉਹਨਾਂ ਨੇ ਜੌਬ ਰੋਲਸ ਬੜੇ ਕਲੀਅਰਲੀ ਡਿਫਾਈਨ ਕੀਤੇ ਹੈ। ਸੋ ਚਾਈਲਡ ਕੇਅਰ ਗਿਵਰ ਇੱਕ ਪ੍ਰੋਫੈਸ਼ਨ ਡਿਫਾਈਨ ਕੀਤਾ ਹੈ, ਉਹਦੇ ਜੌਬ ਰੋਲਸ ਡਿਫਾਈਨਡ ਕੀਤੇ ਹੈ। ਜੌਬ ਰੋਲਸ ਨੂੰ ਅਗਰ ਅਸੀਂ ਪੜ੍ਹਦੇ ਹਾਂ ਕਿ ਬੱਚੇ ਦੀ ਉੱਥੇ ਜਾ ਕੇ ਤੁਸੀਂ ਕੇਅਰ ਕਰਨੀ ਹੈ, ਤਾਂ ਉਹਦੇ ਵਿੱਚ ਤੁਹਾਨੂੰ ਇੱਕ ਬੱਚੇ ਨਾਲ ਰਿਲੇਟਡ ਸਾਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਤੁਹਾਨੂੰ ਕੋਲ ਸਾਰੇ ਸਕਿੱਲਸ ਹੋਣੇ ਚਾਹੀਦੇ ਉਹਨੂੰ ਸੰਭਾਲਣ ਲਈ, ਉਹਨੂੰ ਦੇਖ ਰੇਖ ਕਰਨ ਲਈ। ਅਗਰ ਕੋਈ ਨਰਸ ਕੁਐਸਚਨ ਆਉਂਦੇ ਆ, ਨਰਸਿਸ ਸਾਨੂੰ ਕਾਲ ਕਰਦੀਆਂ ਜੀ ਮੈਂ ਤਾਂ ਨਰਸ ਹਾਂ, ਮੈਂ ਸਬਜੈਕਟ ਪੜ੍ਹਿਆ ਹੋਇਆ, ਬਟ ਉਹ ਸਪੈਸ਼ਲਿਸਟ ਨਹੀਂ ਹੈ ਚਾਈਲਡ ਕੇਅਰ। ਉਹਨਾਂ ਨੂੰ ਐਜੂਕੇਸ਼ਨ ਬਾਰੇ ਕੁਝ ਨਹੀਂ ਪਤਾ ਕਿ ਬੱਚੇ ਨੂੰ ਪੜ੍ਹਾਉਣਾ ਕਿਵੇਂ ਹੈ। ਨੈਚੁਰਲ ਟੈਂਡੈਂਸੀ ਹੋ ਸਕਦੀ ਹੈ, ਬਟ ਇਟ ਇਜ਼ ਨਾਟ ਸਪੈਸੀਫਿਕਲੀ ਟ੍ਰੇਨਡ। ਸਿਮਿਲਰਲੀ ਇੱਕ ਟੀਚਰ ਹੈ ਤਾਂ ਉਹਨੂੰ ਪੜ੍ਹਾਉਣਾ ਬੱਚੇ ਨੂੰ ਆਉਂਦਾ ਹੈ, ਉਹਨੂੰ ਸਿਖਾਇਆ ਗਿਆ ਕਿਵੇਂ ਬੱਚਿਆਂ ਨੂੰ ਪੜ੍ਹਾਉਣਾ ਹੈ, ਬਟ ਉਹਨਾਂ ਨੂੰ ਬੱਚਿਆਂ ਦੀ ਹੈਲਥ ਬਾਰੇ, ਟੇਕ ਕੇਅਰ ਵਾਸਤੇ ਉਹਨਾਂ ਨੂੰ ਆਈਡੀਆ ਨਹੀਂ ਹੈਗਾ। ਸੋ ਜਿਹੜਾ ਇਹ ਜੌਬ ਰੋਲ ਦਿੱਤਾ ਗਿਆ ਔਰ ਜਿਹੜਾ ਇਹ ਕੋਰਸਿਸ ਵਰਲਡ ਓਵਰ ਚੱਲਦੇ ਹੈਗੇ ਹੈ ਚਾਈਲਡ ਕੇਅਰ ਗਿਵਰ ਦੇ, ਉਹ ਇੱਕ ਸਪੈਸ਼ਲਿਸਟ ਕੋਰਸ ਮੰਨੇ ਜਾਂਦੇ ਹੈ। ਸੋ ਇਹਦੀ ਉਹਨਾਂ ਨੇ ਬੜੀ ਸਪੈਸੀਫਿਕਲੀ ਗਾਈਡਲਾਈਨਸ ਵੀ ਦਿੱਤੀਆਂ, ਰਿਕੁਆਇਰਮੈਂਟ ਕੱਢੀ ਹੈ ਕਿ ਤੁਹਾਡੇ ਕੋਲ 1 year ਡਿਪਲੋਮਾ ਇਨ ਚਾਈਲਡ ਕੇਅਰ ਨੈਸੈਸਰੀ ਹੈ। ਸੋ ਨਰਸ ਹੋਣ ਜਾਂ ਬੀਐਡ ਹੋਣ, ਅਗਰ ਉਹਨਾਂ ਕੋਲ ਉਹਨਾਂ ਨੇ ਕੀਤਾ ਹੋਇਆ, ਵੈਲ ਐਂਡ ਗੁੱਡ, ਇਟ ਹੈਲਪਸ ਦੈਮ, ਉਹਨਾਂ ਨੂੰ ਇਸ ਕੋਰਸ ਕਰਨ 'ਚ ਈਜ਼ੀ ਹੁੰਦਾ ਹੈ, ਬਟ ਇਹ ਕੋਰਸ ਕਰਨਾ ਬਹੁਤ ਮੈਂਡੇਟਰੀ ਰਿਕੁਆਇਰਮੈਂਟ ਹੈ। ਹਿੰਦੀ ਦਾ ਨਾ ਇੱਕ ਸ਼ਬਦ ਹੈ ਮਹਤਵਾਕਾਂਖਸ਼ਾएं, ਖੁਆਇਸ਼ਾਂ ਵੀ ਕਹਿੰਦੇ ਉਹਨੂੰ ਆਪਾਂ। ਹਰ ਬੰਦੇ ਦੀਆਂ ਐਂਬੀਸ਼ਨਸ ਹੁੰਦੀਆਂ, ਡਰੀਮਸ ਹੁੰਦੀਆਂ। ਇੱਕ ਸਭ ਤੋਂ ਵੱਡੀ ਡਰੀਮ ਇਹਨਾਂ ਲੋਕਾਂ ਦੀ ਇਹ ਹੁੰਦੀ ਹੈ ਜੋ ਬਾਹਰ ਜਾਂਦੇ ਆ ਕਿ ਸਾਨੂੰ PR ਮਿਲ ਜਾਏ, ਅਸੀਂ ਵੈਲ ਸੈਟਲਡ ਉੱਥੇ ਹੋ ਜਾਈਏ। ਇਹ ਨੈਨੀ ਦਾ ਜਿਹੜਾ ਕੋਰਸ ਹੈਗਾ, ਉਹਦੇ ਤਹਿਤ ਜਿਹੜੇ ਲੋਕ ਬਾਹਰ ਚਲੇ ਜਾਂਦੇ ਆ, ਉਹਨਾਂ ਨੂੰ PR ਲੈਣ ਦੇ ਵਿੱਚ ਕੋਈ ਮਿਹਨਤ ਕਰਨੀ ਪੈਂਦੀ ਹੈ ਜਾਂ ਕਿਸੇ ਤਰ੍ਹਾਂ ਦੀਆਂ ਉਹਨਾਂ ਦੇ ਲਈ ਅੱਗੇ ਸਟਰਗਲ ਕੀ ਹੁੰਦੀ ਹੈ? ਲੰਕੇਸ਼ ਜੀ, ਇਸ ਨਵੀਂ ਸਕੀਮ ਦਾ ਇਹ ਬਹੁਤ ਵੱਡਾ ਇੱਕ ਬੈਨੀਫਿਟ ਹੈ ਔਰ ਬਹੁਤ ਵੱਡਾ ਇੱਕ ਫੀਚਰ ਹੈਗਾ। ਉਹ ਇਹ ਹੈ ਕਿ ਇਸ ਸਕੀਮ ਦੇ ਵਿੱਚ ਤੁਹਾਨੂੰ ਪੂਰਾ ਦਾ ਪੂਰਾ PR ਸੈਟਲਮੈਂਟ ਦਾ ਪਾਥ ਦਿੱਤਾ ਗਿਆ। ਪਹਿਲੇ ਸੀਗਾ? ਨਹੀਂ, ਪਹਿਲੇ ਨਹੀਂ ਸੀਗਾ। ਪਹਿਲੇ ਤੁਸੀਂ ਐਜ਼ ਏ ਵਰਕਰ ਹੀ ਜਾਂਦੇ ਸੀਗੇ। ਬੜੇ ਸਾਲ ਲੋਕਾਂ ਨੂੰ ਸਟਰਗਲ ਕਰਨੀ ਪੈਂਦੀ ਸੀਗੀ PR ਲੈਣ ਵਾਸਤੇ। ਫੈਮਿਲੀ ਨਾਲ ਨਹੀਂ ਮਿਲ ਸਕਦੇ ਸੀ, ਸਪਾਊਸ ਨਹੀਂ ਦਾ ਇਸ਼ੂ ਸੀਗਾ ਪੁਰਾਣੀ ਪਾਲਿਸੀ ਦੇ ਵਿੱਚ। LMI ਦੇ ਉੱਤੇ ਬਹੁਤ ਡਿਪੈਂਡੈਂਟ ਸੀ, ਇੰਪਲੋਇਰ ਤੁਹਾਨੂੰ ਐਕਸਪਲੋਇਟ ਕਰਦੇ ਸੀਗੇ ਇਨ ਓਲਡ ਸਕੀਮ। ਨਵੀਂ ਸਕੀਮ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਬੜੀ ਕਲੀਅਰਿਟੀ ਨਾਲ ਉਹਨਾਂ ਨੇ ਆਨਸਰ ਕੀਤਾ ਔਰ ਸਿਸਟਮੈਟਿਕ ਬਣਾਇਆ। ਹੁਣ ਜਿਹੜੇ ਬੱਚੇ ਅੰਡਰ ਦਿਸ ਪ੍ਰੋਫੈਸ਼ਨ ਜਾਣਗੇ ਜਾਂ ਕੈਂਡੀਡੇਟਸ ਜਾਣਗੇ, ਉਹ ਆਪਣਾ 2 ਸਾਲ ਦਾ ਉਹਨਾਂ 'ਤੇ ਰਿਸਟ੍ਰਿਕਸ਼ਨ ਹੈ ਕਿ ਦੇ ਹੈਵ ਟੂ ਵਰਕ ਐਜ਼ ਏ ਚਾਈਲਡ ਕੇਅਰ ਗਿਵਰ। 2 ਸਾਲ ਉਹ ਆਪਣਾ ਪ੍ਰੋਫੈਸ਼ਨ ਚੇਂਜ ਨਹੀਂ ਕਰ ਸਕਦੇ, ਆਪਣਾ ਇੰਪਲੋਇਰ ਚੇਂਜ ਕਰ ਸਕਦਾ। ਅਗਰ ਉਹਨਾਂ ਨੂੰ ਕੋਈ ਇੰਪਲੋਇਰ ਤੰਗ ਕਰ ਰਿਹਾ, ਟਾਈਮ 'ਤੇ ਪੈਸੇ ਨਹੀਂ ਦੇ ਰਿਹਾ ਜਾਂ ਵਰਕ ਕੰਡੀਸ਼ਨ ਨਹੀਂ ਪ੍ਰੋਪਰ ਦੇ ਰਿਹਾ, ਤਾਂ ਦੇ ਕੈਨ ਚੇਂਜ ਦੀ ਇੰਪਲੋਇਰ, ਬਟ ਦੇ ਕੈਨੋਟ ਚੇਂਜ ਦੀ ਪ੍ਰੋਫੈਸ਼ਨ। ਪਹਿਲੇ ਕੀ ਸੀਗਾ ਇੰਪਲੋਇਰ ਨੂੰ ਲੈ ਕੇ ਰੂਲ? ਕੁਝ ਨਹੀਂ ਕਰ ਸਕਦੇ ਜੀ, ਤੁਸੀਂ ਬਾਉਂਡਡ ਹੋ ਇੱਕ ਤਰੀਕੇ ਨਾਲ ਉਹਦੇ ਨਾਲ। ਇੰਪਲੋਇਰ ਚੇਂਜ ਕਰਦਾ, ਤੁਹਾਡਾ ਵੀਜ਼ਾ ਖਤਮ ਹੋ ਸਕਦਾ ਸੀਗਾ। ਹੁਣ ਇਹਦੇ ਵਿੱਚ ਉਸ ਤਰ੍ਹਾਂ ਨਹੀਂ ਹੈਗਾ, ਤੁਸੀਂ ਉਹਨੂੰ ਨੋਟਿਸ ਪੀਰੀਅਡ ਦੇ ਕੇ ਜੌਬ ਚੇਂਜ ਕਰ ਸਕਦੇ ਹੋ। ਇਹ ਕੀ ਉੱਥੋਂ ਦੀ ਸਰਕਾਰ ਜਿਹੜੀ ਸੀਗੀ ਉਹਦੇ ਸਾਹਮਣੇ ਇਹੋ ਜਿਹੀਆਂ ਦਿੱਕਤਾਂ ਪਰੇਸ਼ਾਨੀਆਂ ਉੱਠੀਆਂ, ਉਹਨਾਂ ਦੇ ਸਾਹਮਣੇ ਇਹੋ ਜਿਹੀਆਂ ਬਿਲਕੁਲ ਆਈਆਂ ਜੀ, ਤਾਂ ਹੀ ਉਹਨਾਂ ਨੇ ਪਾਲਿਸੀ ਬਣਾਈ ਹੈ। ਉਹਨਾਂ ਨੇ ਸਾਰੀ ਚੀਜ਼ ਨੂੰ ਦੇਖ ਕੇ ਬਣਾਈ ਹੈ। ਹੁਣ ਜਦੋਂ ਤੁਸੀਂ ਇੱਥੋਂ ਨੈਨੀ ਕੋਰਸ ਦਾ ਵਰਕ ਅਪਲਾਈ ਕਰਦੇ ਹੋ, ਨੈਨੀ ਵਾਸਤੇ ਵੀਜ਼ਾ ਵਾਸਤੇ ਅਪਲਾਈ ਕਰਦੇ ਹੋ, ਤਾਂ ਤੁਹਾਡੀ PR ਐਪਲੀਕੇਸ਼ਨ ਸਾਈਮਲਟੇਨੀਅਸਲੀ ਲਿੱਤੀ ਜਾਂਦੀ ਹੈ। ਤੁਹਾਨੂੰ ਅਸੈਸ ਕੀਤਾ ਜਾਂਦਾ ਬੇਸਡ ਔਨ ਕਿ ਤੁਹਾਡੀ ਕੱਲ੍ਹ ਨੂੰ PR ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੈ। ਸੋ ਤੁਸੀਂ ਉੱਥੇ ਜਾ ਕੇ ਅਗਰ 2 ਸਾਲ ਕੰਪਲੀਟ ਕਰਦੇ ਹੋ ਇਸ ਪ੍ਰੋਫੈਸ਼ਨ 'ਚ, ਦੈਨ ਦੇ ਆਟੋਮੈਟਿਕਲੀ ਗਿਵ ਯੂ ਅ PRC ਕਾਰਡ। ਤੁਹਾਡੇ ਤੋਂ PR ਦੀਆਂ ਫੀਸਿਸ ਹੁਣੇ ਹੀ ਲੈ ਲਈਆਂ ਜਾਂਦੀਆਂ ਅੰਡਰ ਦਿਸ ਪ੍ਰੋਫੈਸ਼ਨ। ਸੋ ਹੋਰ ਇਸ ਦੇ ਵਿੱਚ ਇੱਕ ਹੋਰ ਬੈਨੀਫਿਟ ਹੈ ਕਿ ਪਹਿਲੇ ਸਪਾਊਸ, ਜਿਸ ਤਰ੍ਹਾਂ ਮੈਂ ਕਿਹਾ, ਨਹੀਂ ਜਾ ਸਕਦੇ ਸੀ। ਹੁਣ ਅਗਰ ਕੋਈ ਕੈਂਡੀਡੇਟ ਮੈਰਿਡ ਹੈ, ਜਿਨ੍ਹਾਂ ਨੇ ਪ੍ਰੋਫੈਸ਼ਨ ਅਡਾਪਟ ਕੀਤਾ ਹੋਇਆ, ਉਹ ਮੈਰਿਡ ਹੈਗੇ ਆ, ਤਾਂ ਉਹ ਆਪਣੇ ਸਪਾਊਸ ਨੂੰ ਨਾਲ ਲਿਜਾ ਸਕਦੇ ਆ।
ਅਗਰ ਫੈਮਿਲੀ ਦੇ ਵਿੱਚ ਕੋਈ ਬੱਚਾ ਵੀ ਹੈ, ਬੱਚਾ ਵੀ ਨਾਲ ਜਾ ਸਕਦਾ, ਉਹਨੂੰ ਵੀ ਐਜੂਕੇਸ਼ਨ ਰਾਈਟ ਮਿਲਦੇ ਆ, ਪਰਮਿਟ ਮਿਲਦਾ, ਸਟੱਡੀ ਪਰਮਿਟ ਮਿਲਦਾ ਉਹਨਾਂ ਨੂੰ। ਸੋ ਬਹੁਤ ਅੱਛੇ ਇਸ ਦੇ ਵਿੱਚ ਕਲੀਅਰਿਟੀ ਆਫ ਪ੍ਰੋਫੈਸ਼ਨ ਦੇ ਨਾਲ ਨਾਲ PR ਦਾ ਬਹੁਤ ਸੋਹਣਾ ਪਾਥਵੇ ਉਹਨਾਂ ਨੇ ਬਣਾ ਕੇ ਦਿੱਤਾ। ਉਹਨਾਂ ਨੇ ਤੇ ਪਾਥਵੇ ਬਣਾਤਾ DJ ਸਿੰਘ ਜੀ, ਲੇਕਿਨ ਜਿਹੜੇ ਸਾਡੇ ਇੱਥੋਂ ਦੇ ਲੋਕ ਬੈਠੇ ਹੋਏ ਨੇ ਉਹਨਾਂ ਨੇ ਅਲੱਗ ਹੀ ਪਾਥਵੇ ਤਿਆਰ ਕਰ ਦੇਣਾ ਹੁੰਦਾ ਹੈ। ਉਹਨਾਂ ਦੀ ਆਦਤ ਹੈਗੀ, ਕਿਉਂਕਿ ਮਾਰਕੀਟ ਦੇ ਵਿੱਚ ਇਹੋ ਜਿਹੇ ਸ਼ਿਕਾਰੀ ਬੈਠੇ ਹੋਏ ਨੇ ਕਿ ਉਹ ਲੂਪ ਹੋਲਸ ਲੱਭ ਲੈਂਦੇ ਆ। ਕਈ ਕੇਸਿਸ ਇੱਦਾਂ ਦੇ ਵੀ ਆਏ ਆ ਕਿ ਜਿੱਥੇ 1 ਸਾਲ ਦਾ ਡਿਪਲੋਮਾ ਕਰਨਾ ਜ਼ਰੂਰੀ ਹੈ, ਲਾਜ਼ਮੀ ਹੈ, ਉੱਥੇ ਇਹ ਜਿਹੜੇ ਸ਼ਿਕਾਰੀ ਬੈਠੇ ਹੋਏ ਜਿਨ੍ਹਾਂ ਨੂੰ ਅਸੀਂ ਠੱਗ ਵੀ ਕਹਿੰਦੇ ਆ, ਉਹ ਹੋਰ ਹੀ ਰਸਤਾ ਦਿਖਾ ਦਿੰਦੇ ਕਿ ਨਹੀਂ ਜੀ ਭਾਈ ਸਾਹਿਬ ਤੁਸੀਂ ਆਹ ਦਰਵਾਜ਼ਾ ਨਾ ਚੁਣੋ, ਆਹ ਦਰਵਾਜ਼ਾ ਜਿਹੜਾ ਹੈਗਾ ਬੜਾ ਆਸਾਨ ਹੈ। ਉਹਦੇ ਲਈ ਥੋੜ੍ਹਾ ਜਿਹਾ ਕੋਈ ਢਾਂਚਾ ਜੇ ਤੁਹਾਡੇ ਕੋਲ ਹੈਗਾ ਲੋਕਾਂ ਨੂੰ ਸਮਝਾਉਣ ਦੇ ਲਈ, ਉਹਦੇ ਉੱਤੇ ਥੋੜ੍ਹਾ ਚਾਨਣਾ ਪਾਓ। ਦੇਖੋ, ਆਪਾਂ ਕੋਈ ਕਿਸੇ ਹੋਟਲ ਰੈਸਟੋਰੈਂਟ ਦੇ ਖਾਣਾ ਖਾਣ ਜਾਂਦੇ ਹਾਂ ਤਾਂ ਵੀ ਆਪਾਂ ਦੇਖਦੇ ਹਾਂ ਨਾ, ਆਪਾਂ ਉਹਨੂੰ ਚੈੱਕ ਕਰਦੇ ਹਾਂ ਕਿ ਉਹ ਉਹਦਾ ਹੋਟਲ ਦਾ ਖਾਣਾ ਚੰਗਾ ਹੈ ਜਾਂ ਨਹੀਂ ਹੈ। ਮੈਂ ਤੁਹਾਡਾ ਜਵਾਬ ਇਹ ਤਾਂ ਨਹੀਂ ਸੁਣਨ ਵਾਲਾ ਕਿ ਲੋਕਾਂ ਦੇ ਉੱਤੇ ਬਹੁਤ ਕੁਝ ਨਿਰਭਰ ਕਰਦਾ ਹੈ। ਜਿਹੜੇ ਲੋਕ ਏਜੰਟਸ ਕੋਲ ਜਾਂਦੇ ਉਹਨਾਂ ਨੂੰ ਪੂਰੀ ਬਖੂਬੀ ਜਾਣਕਾਰੀ ਹੋਣੀ ਚਾਹੀਦੀ ਕਿ ਕਿਹੜੇ ਏਜੰਟ ਕੋਲ ਜਾਂਦੇ ਹੋ। ਬਿਲਕੁਲ ਕਰਨਾ ਚਾਹੀਦਾ ਜੀ, ਚਾਹੇ ਤੁਸੀਂ ਵੀਜ਼ਾ ਲਵਾਉਣਾ ਹੈ, ਚਾਹੇ ਤੁਸੀਂ ਸਟੂਡੈਂਟ ਵੀਜ਼ਾ ਕਰਾਉਣਾ ਹੈ, ਜਾਂ ਕੋਈ ਵੀ ਚੀਜ਼ ਲੈਣੀ ਆ, ਆਪਾਂ ਜਿਹੜੀ ਵੀ ਦੁਕਾਨ ਤੋਂ ਜਾਂਦੇ ਹਾਂ ਆਪਾਂ ਉਹਦੀ ਕੋਈ ਗੁੱਡਵਿਲ ਚੈੱਕ ਕਰਕੇ ਹੀ ਜਾਂਦੇ ਹਾਂ। ਸੋ ਆਪਾਂ ਜਿਸ ਬੰਦੇ ਨਾਲ ਜਿਸ ਆਰਗੇਨਾਈਜੇਸ਼ਨ 'ਚ ਜਾਣ ਲੱਗੇ ਹਾਂ ਉਹਦੇ ਬਾਰੇ ਜ਼ਰੂਰ ਪਤਾ ਕਰੀਏ। ਉਸੇ ਤਰੀਕੇ ਨਾਲ ਜਿਹੜੇ ਦੇਸ਼ ਜਾਣਾ ਉਹਦੀਆਂ ਰੂਲਸ ਵੀ ਪੜ੍ਹੀਏ। ਹੁਣ ਇਹਦੇ ਵਿੱਚ ਸਕੀਮ ਦੇ ਅੰਡਰ ਬੜਾ ਕਲੀਅਰ ਕੱਟ ਲਿਖਿਆ ਹੋਇਆ ਕਿ ਤੁਹਾਨੂੰ 1 ਈਅਰ ਕੋਰਸ ਕਰਨਾ ਹੈ, ਔਰ ਉਹ ਕੋਰਸ ਉਹ ਵੈਲਿਡ ਹੋਏਗਾ ਜਿਹਦੇ ਤੁਹਾਡੇ ਕੋਲ ECA ਜਾਂ WES ਹੋਏਗੀ। ECA WES ਜਿਹੜੀ ਹੈ ਉਹ ਸਿਰਫ ਯੂਨੀਵਰਸਿਟੀ ਪ੍ਰੋਗਰਾਮ ਦੇ ਅੰਡਰ ਹੁੰਦੀ ਹੈ। ਕੋਈ ਪ੍ਰਾਈਵੇਟ, ਭਾਵੇਂ ਉਹ ਗੌਰਮੈਂਟ ਕੋਲ ਰਜਿਸਟਰਡ ਹੈ, ਫਰਮ ਰਜਿਸਟਰਡ ਹੈ ਜਾਂ ਸੁਸਾਇਟੀ ਰਜਿਸਟਰਡ ਹੈ, ਉਹ ਆਪਣਾ ਸਰਟੀਫਿਕੇਟ ਦੇ ਰਹੀ ਹੈ, ਉਹ ਵੈਲਿਡ ਨਹੀਂ ਹੈ। ਸੋ ਇਸ ਚੀਜ਼ ਲਈ ਆਪਾਂ ਬੜਾ ਮਾਪ ਕਹੀਏ ਕਿ ਆਪਾਂ ਕੱਪੜਾ ਲੈਣ ਚੱਲੇ ਹਾਂ ਤਾਂ ਆਪਾਂ ਕੱਪੜੇ ਦੀ ਸ਼ੋਰੂਮ ਜਾਂਦੇ ਹਾਂ, ਆਪਾਂ ਨੂੰ ਪਤਾ ਹੈ ਵੀ ਟੋਮੀ ਦੀ ਸ਼ਰਟ ਵਧੀਆ ਹੈ ਜਾਂ ਉਹ ਬ੍ਰਾਂਡ ਦੀ ਸ਼ਰਟ ਵਧੀਆ ਹੈਗੀ ਹੈ, ਤਾਂ ਆਪਾਂ ਉਸੇ ਤੋਂ ਹੀ ਜਾ ਕੇ ਉਹੀ ਚੀਜ਼ ਲੈ ਕੇ ਆਉਂਦੇ ਹਾਂ। ਮੈਂ ਅਕਸਰ ਜਦੋਂ ਇਹ ਸਵਾਲ ਪੁੱਛਦਾ ਮੈਨੂੰ ਕਈ ਵਾਰੀ ਇਹ ਜਵਾਬ ਸੁਣਨ ਨੂੰ ਮਿਲਦਾ ਹੈਗਾ, ਪਰ ਮੇਰਾ ਅਗਲਾ ਸਵਾਲ ਇਹਦੇ ਤੇ ਇਹੀ ਹੁੰਦਾ ਹੈਗਾ ਕਿ ਜਿਹੜੇ ਲੋਕ ਨੇ ਉਹ ਤਾਂ ਮਾਸੂਮ ਹੈਗੇ ਆ, ਉਹ ਜਾਂਦੇ ਹੀ ਇਸ ਕਰਕੇ ਨੇ ਕਿਉਂਕਿ ਉਹਨਾਂ ਨੂੰ ਖੁਦ ਕੁਝ ਪਤਾ ਨਹੀਂ ਚੱਲ ਰਿਹਾ ਹੁੰਦਾ। ਅਸੀਂ ਕਹਿੰਦੇ ਕਿ ਨੈੱਟ ਤੇ ਜਾਣਕਾਰੀ ਸਾਰੀ ਅਵੇਲੇਬਲ ਹੈਗੀ, ਜੋ ਕਿ ਹੈਗੀ ਵੀ ਹੈ, ਲੇਕਿਨ ਉਹਨੂੰ ਸਮਝਣ ਦੇ ਵਿੱਚ, ਉਹਦਾ ਤਰਜਮਾ ਕਰਨ ਦੇ ਵਿੱਚ ਮਿਹਨਤ ਲੱਗਦੀ ਹੈ, ਸਮਝਦਾਰੀ ਚਾਹੀਦੀ ਹੁੰਦੀ ਹੈ। ਪਿੰਡਾਂ ਦੇ ਵਿੱਚ ਜਿਹੜੇ ਲੋਕ ਬੈਠੇ ਹੋਏ ਨੇ ਉਹਨਾਂ ਨੂੰ ਬੇਸਿਕ ਜਾਣਕਾਰੀ ਨਹੀਂ ਹੁੰਦੀ ਹੈ। ਨੈੱਟ ਤਾਂ ਉਹ ਚਲਾਉਂਦੇ, ਉਹਨਾਂ ਨੂੰ ਪਤਾ ਹੈ YouTube ਤੇ ਕਿਹੜੇ ਫਲਾਣੇ ਸਿੰਗਰ ਦਾ ਗਾਣਾ ਉਹਨਾਂ ਨੇ ਸੁਣਨਾ, ਟਾਈਪ ਕਰਕੇ ਸੁਣ ਲੈਣਗੇ, ਲੇਕਿਨ ਜਦੋਂ ਉੱਥੋਂ ਦੀ ਲੈਂਗੁਏਜ ਪੜ੍ਹਨੀ ਹੋਵੇ ਜਾਂ ਅੰਗਰੇਜ਼ੀ ਦੇ ਵਿੱਚ ਚੀਜ਼ਾਂ ਨੂੰ ਸਮਝ ਨਾ ਹੋਵੇ, ਉਦੋਂ ਦਿੱਕਤ ਪਰੇਸ਼ਾਨੀ ਹੁੰਦੀ ਹੈ। ਕਿਵੇਂ ਬਚਿਆ ਜਾਏਗਾ ਇਸ ਚੀਜ਼? ਕਿਉਂਕਿ ਜੀ ਮੈਂ ਅੱਜ ਦੇ 21ਵੀਂ ਸਦੀ 'ਚ ਬੈਠੇ ਹਾਂ, ਆਪਾਂ ਇੰਟਰਨੈਟ ਦੇ ਜ਼ਮਾਨੇ 'ਚ ਬੈਠੇ ਹਾਂ, ਬਟ ਮੈਂ ਇਹ ਬਿਲਕੁਲ ਨਹੀਂ ਸਮਝਦਾ ਕਿ ਲੋਕਾਂ ਨੂੰ ਬਿਲਕੁਲ ਹੀ ਅਣਜਾਣ ਹੈ ਜਾਂ ਅਨਪੜ੍ਹ ਹੈ ਜਾਂ ਨਹੀਂ ਹੈ। ਜੇ ਤੁਹਾਨੂੰ ਕਿਸੇ ਚੀਜ਼ ਦੀ ਫੀਲ ਹੁੰਦਾ ਵੀ ਤੁਹਾਡਾ ਕੌਨਫੀਡੈਂਸ ਨਹੀਂ ਹੈ ਜਾਂ ਤੁਹਾਨੂੰ ਗੱਲ ਸਮਝ ਨਹੀਂ ਆ ਰਹੀ ਹੈ, ਆਪਣੇ ਕਿਸੇ ਚੰਗੇ ਦੋਸਤ ਪੜ੍ਹੇ ਲਿਖੇ ਨੂੰ ਲੈ ਕੇ ਜਾਓ। ਅੱਜ ਹਰ ਜ਼ਮਾਨਾ, ਹਰ ਸਕੂਲ, ਪਿੰਡ ਸਕੂਲ ਹੈ, 12ਵੀਂ ਪਾਸ ਹਰ ਬੱਚਾ ਹੈ, ਤਾਂ ਆਪਣੇ ਕਿਸੇ ਸੀਨੀਅਰ ਨੂੰ ਨਾਲ ਲੈ ਜਾਓ, ਕਿਸੇ ਰਿਸ਼ਤੇਦਾਰ ਨੂੰ ਲੈ ਜਾਓ ਜਿਹੜਾ ਡਾਕਟਰ ਹੋਵੇ, ਵਕੀਲ ਹੋਵੇ, ਕੁਛ ਨਾ ਕੁਛ ਤਾਂ ਕਿਸੇ ਗਵਰਨਮੈਂਟ ਜੌਬ 'ਚ ਹੋਵੇ, ਸੋ ਉਹਨੂੰ ਆਪਾਂ ਨਾਲ ਲਿਜਾ ਕੇ। ਮਤਲਬ ਇਹਨਾਂ ਲੋਕਾਂ ਦੀ ਲਗਾਮ ਸਾਡੇ ਹੱਥ 'ਚ ਨਹੀਂ ਹੈਗੀ ਆ, ਪਰ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੋ ਸਕਦੀ ਹੈ। ਹੋਣਾ ਹੀ ਪੈਣਾ ਜੀ, ਉਹਦੇ ਬਿਨਾਂ ਕੋਈ ਚਾਰਾ ਹੀ ਨਹੀਂ ਹੈ। ਜੇ ਤੁਸੀਂ ਆਪਣੇ ਸਮਾਨ ਦੇ ਜ਼ਿੰਮੇਵਾਰ ਨਹੀਂ ਹੋ, ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਬੜੀ ਓਪਨਲੀ ਕਹਿ ਸਕਦੇ ਹਾਂ ਆਪਾਂ ਇਸ ਗੱਲ 'ਤੇ। ਅੱਛਾ, ਇਸ ਨੂੰ ਲੈ ਕੇ ਹੋਰ ਲੋਕਾਂ ਦੀ ਕੀ ਕੁਐਰੀਜ਼ ਹੁੰਦੀਆਂ ਇਸ ਕੋਰਸ ਨੂੰ ਲੈ ਕੇ ਖਾਸ ਤੌਰ 'ਤੇ? ਹੋਰ ਕਿਸ ਤਰ੍ਹਾਂ ਦੇ ਕੁਐਸਚਨਸ ਤੁਹਾਡੇ ਕੋਲ ਪਰਸਨਲੀ, ਕਿਸ ਤਰ੍ਹਾਂ ਦੇ ਕੁਐਸਚਨਸ ਆਉਂਦੇ ਆ? ਕਾਫੀ ਸਾਰੇ ਕੁਐਸਚਨ ਤੁਸੀਂ ਚੁੱਕੇ ਆ, ਜਿਵੇਂ ਨਰਸਿਸ ਕਾਲ ਕਰਦੀਆਂ ਜਾਂ ਸਾਨੂੰ ਟੀਚਰ ਕਾਲ ਕਰਦੇ ਆ ਕਿ ਅੰਡਰ ਦੇ ਸਾਨੂੰ ਕੋਰਸ ਕਰਨਾ ਜ਼ਰੂਰੀ ਹੈ ਕਿ ਨਹੀਂ ਕਰਨਾ। ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਜਿਹੜੇ ਨਿਊ ਰੂਲਸ ਆ ਰਹੇ ਆ, ਉਹਨਾਂ ਰੂਲਸ ਦੇ ਅੰਡਰ ਤੁਹਾਨੂੰ 1 ਈਅਰ ਕੋਰਸ ਕੰਪਲਸਰੀ ਹੈਗਾ, ਸੋ ਉਹ ਯੂਨੀਵਰਸਿਟੀ ਦੇ ਅੰਡਰ ਹੋਣਾ ਚਾਹੀਦਾ। ਇੱਕ ਗੱਲ ਤੁਹਾਡੇ ਮਾਧਿਅਮ ਨਾਲ ਸ਼ੇਅਰ ਵੀ ਕਰਨਾ ਚਾਹੂੰਗਾ ਕਿ ਜਿਹੜਾ ਇਹ ਅੱਜ ਦੀ ਤਰੀਕੇ 'ਚ ਚਾਈਲਡ ਕੇਅਰ ਗਿਵਰ ਦਾ ਜਿਹੜਾ ਪ੍ਰੋਗਰਾਮ ਹੈ ਪੰਜਾਬ ਦੇ ਵਿੱਚ ਹਾਰਡਲੀ 1 or 2 ਯੂਨੀਵਰਸਿਟੀਜ਼ ਦੇ ਵਿੱਚ ਹੋ ਰਿਹਾ, ਲਿਮਿਟਡ ਹੈ। ਕੋਵਿਡ ਕਰਕੇ ਅੱਜ ਆਪਾਂ ਬੈਠੇ ਹਾਂ 30 ਅਕਤੂਬਰ ਦੇ ਕੋਲ, ਸੋ ਐਡਮਿਸ਼ਨਸ ਲੇਟ ਜ਼ਰੂਰ ਹੋ ਰਹੀਆਂ, ਬਟ ਐਡਮਿਸ਼ਨਸ ਆਰ ਸਟਿਲ ਓਪਨ। ਔਰ ਹੁਣ ਅਗਰ ਕੈਂਡੀਡੇਟਸ ਜੁਆਇਨ ਕਰਦੇ ਆ ਤਾਂ ਅਗਲੇ ਸਾਲ ਜੂਨ ਜੁਲਾਈ 'ਚ ਉਹਨਾਂ ਦਾ ਅਕੈਡਮਿਕ ਕੈਲੰਡਰ ਦੇ ਹਿਸਾਬ ਨਾਲ ਕੋਰਸ ਪੂਰਾ ਹੋ ਜਾਂਦਾ, ਔਰ ਆਪਣੇ ਸਪਟੰਬਰ ਦੇ ਵਿੱਚ ਉਹ ਆਪਣੀਆਂ ਫਾਈਲਸ ਸਪਾਂਸਰਸ ਦੇ ਨਾਲ ਚੈੱਕ ਕਰਵਾ ਕੇ ਆਪਣੀ ਫਾਈਲ ਲੌਂਚ ਕਰ ਸਕਦੇ। ਸੋ ਇਟਸ ਅ ਵੈਰੀ ਹਾਰਡਲੀ ਟਾਈਮ। ਔਰ ਵੈਸੇ ਵੀ ਆਪਾਂ ਨੂੰ ਪਤਾ, ਆਪਾਂ ਜਿਨ੍ਹਾਂ ਹਾਲਾਤਾਂ ਚੱਲ ਰਹੇ ਹਾਂ ਉਹਨਾਂ ਹਾਲਾਤਾਂ 'ਚ ਇਮੀਡੀਏਟਲੀ ਤਾਂ ਆਪਾਂ ਟਰੈਵਲ ਕਰ ਹੀ ਨਹੀਂ ਸਕਦੇ। ਸੋ ਦਿਸ ਇਜ਼ ਅ ਗੁੱਡ ਟਾਈਮ ਫॉर ਦੈਮ ਕਿ ਆਪਣਾ ਉਹ ਪ੍ਰਪੇਅਰ ਕਰਨ ਔਰ ਆਪਣਾ ਉਹ ਕਰਕੇ ਅੱਗੇ ਆਪਣਾ ਵੀਜ਼ਾ ਪ੍ਰੋਸੈਸ ਵੱਲ ਲੈਣ। ਮੈਂ ਜਿੰਨੇ ਕੁ ਸਾਲ ਹੋ ਗਏ ਜੀ ਐਕਸਪੀਰੀਅੰਸ ਕਰਦਿਆਂ ਨੂੰ, ਚੀਜ਼ਾਂ ਨੂੰ ਦੇਖਦਿਆਂ ਹੋਇਆਂ, ਅੱਜ ਦੀ ਤਰੀਕੇ 'ਚ ਇਸ ਤੋਂ ਵਧੀਆ ਮੇਰੇ ਹਿਸਾਬ ਨਾਲ ਕੋਈ ਪ੍ਰੋਸੈਸ ਨਹੀਂ ਹੈਗਾ ਅਪਾਰਟ ਫਰਮ +2 ਸਟੂਡੈਂਟਸ ਦੇ ਨਾਲ। ਕਿ ਜੇ ਕੋਈ ਮੈਰਿਡ ਫੈਮਿਲੀ ਜਾਂ ਹੈਗੇ ਹੈ, ਇਟਸ ਵੈਰੀ ਕੋਸਟ ਇਫੈਕਟਿਵ, ਬੜਾ ਰੀਜ਼ਨੇਬਲ ਤਰੀਕੇ ਦੇ ਨਾਲ ਔਰ ਬੜੇ ਜੈਨੂਇਨ ਤਰੀਕੇ ਨਾਲ ਔਰ ਬੜੀ ਫਾਸਟ ਤਰੀਕੇ ਨਾਲ ਤੁਹਾਨੂੰ ਵਰਕ ਪਰਮਿਟ ਮਿਲੇ ਔਰ PR ਮਿਲੇ। ਇਹ ਅੱਛਾ ਪੁਆਇੰਟ ਦੱਸਿਆ ਤੁਸੀਂ, ਕਾਸਟ ਵਾਲਾ ਜਿਹੜਾ ਵਰਡ ਯੂਜ਼ ਕਰਤਾ ਨਾ, ਕਾਸਟ ਬਾਰੇ ਵੀ ਦੱਸ ਦਿਓ, ਕੀ ਰਹਿੰਦੀ ਹੈ ਇਹਦੀ ਕਾਸਟਿੰਗ, ਕੀ ਹੁੰਦੀ ਹੈ? ਦੇਖੋ, ਇਹਦੇ ਵਿੱਚ ਅਪਾਰਟ ਫਰਮ ਜਿਹੜੀ ਆਪਾਂ ਐਜੂਕੇਸ਼ਨ ਲੈਣੀ ਹੈ ਉਹ ਤਾਂ ਇੱਕ ਹੈ ਹੀ ਹੈ,
ਜੋ ਕਿ ਕੁਆਲੀਫਿਕੇਸ਼ਨ ਕੋਰਸ ਆਪਾਂ ਕਰਨਾ ਹੈ ਉਹਦੀ ਫੀਸ ਹੈਗੀ ਹੈ। ਉਸ ਤੋਂ ਇਲਾਵਾ ਤੁਹਾਨੂੰ ਆਈਲੈਟਸ ਕਰਨਾ ਹੈ, ਆਈਲੈਟਸ ਐਗਜ਼ਾਮ ਦੀ ਫੀਸ ਹੈਗੀ ਹੈ। ਨਾਲ ਨਾਲ ਤੁਹਾਨੂੰ ਵੀਜ਼ਾ ਆਪਣਾ ਅਸੈਸਮੈਂਟ ਕਰਾਉਣੀ ਹੈ, ਡਾਕੂਮੈਂਟਸ ਦੀਆਂ, ਵੈਸ ਦੀ ਫੀਸ ਹੈਗੀ ਹੈ। ਸੋ ਸਾਰੀਆਂ ਫੀਸਾਂ ਨਾ ਕੁਝ ਹਜ਼ਾਰਾਂ 'ਚ ਹੈਗੀਆਂ, ਕੋਈ ਲੱਖਾਂ ਲਈ ਕੋਈ ਬਜਟ ਨਹੀਂ ਹੈਗੇ ਇਹਦੇ ਵਿੱਚ। ਔਰ ਉਸ ਤੋਂ ਬਾਅਦ ਆਪਣਾ ਕੋਲ ਵਨਸ ਦਾ ਸਪੋਂਸਰ ਇਜ਼ ਦੇਅਰ, ਫਿਰ ਆਪਾਂ ਵੀਜ਼ਾ ਐਪਲੀਕੇਸ਼ਨ ਲੌਂਚ ਕਰਨੀ ਹੈ। ਤਾਂ ਵੀਜ਼ਾ ਫੀਸ ਵੀ ਬੜੀ ਰੀਜ਼ਨੇਬਲ ਰੱਖੀ ਹੋਈ ਹੈ ਗੌਰਮੈਂਟ ਨੇ, ਕਿਉਂਕਿ ਉਹਨਾਂ ਨੂੰ ਕਾਫੀ ਇਹਦੇ 'ਚ ਉਹਨਾਂ ਨੂੰ ਰਿਕੁਆਇਰਮੈਂਟ ਹੈਗੀ ਹੈ। ਰਿਕੁਆਇਰਮੈਂਟ ਦੀ ਆਪਾਂ ਗੱਲ ਕੀਤੀ ਹੈ, 2750 ਕੈਂਡੀਡੇਟਸ ਉਹਨਾਂ ਨੇ ਹਰ ਸਾਲ ਲੈਣੇ ਆ ਅਗਲੇ 5 ਸਾਲ। 2750 ਵੈਸੇ ਦੇਖਣ ਨੂੰ ਕੁਛ ਨਹੀਂ ਫਿਗਰ ਲੱਗਦੀ, ਬਟ ਜੇ ਆਪਾਂ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਨੰਬਰ ਲਈਏ ਤਾਂ ਇਟ ਇਜ਼ ਆਲਮੋਸਟ 3% ਇਨ ਸਿੰਗਲ ਪ੍ਰੋਫੈਸ਼ਨ। ਉਸ ਹਿਸਾਬ ਨਾਲ ਇਹ ਬਹੁਤ ਵੱਡੀ ਫਿਗਰ ਹੈ। ਅੱਛਾ, ਇਹਦੇ ਚ ਮੇਲ ਫੀਮੇਲ ਦਾ ਕੀ ਰੇਸ਼ੀਓ ਹੁੰਦਾ? ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਹੋਣਗੇ, ਯੰਗਸਟਰਸ ਮੇਲ ਜੋ ਦੇਖਦੇ ਹੋਣਗੇ ਪ੍ਰੋਗਰਾਮ, ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਚੀਜ਼ ਆਏਗੀ ਕਿਤੇ ਨਾ ਕਿਤੇ ਕਿ ਅਸੀਂ ਵੀ ਕਿਸੇ ਤਰੀਕੇ ਇਸ ਚੀਜ਼ ਨੂੰ ਅਪਣਾਈਏ ਤੇ ਬਾਹਰ ਚਲੇ ਜਾਈਏ। ਮੇਲ ਫੀਮੇਲ ਰੇਸ਼ੀਓ ਕੀ ਹੁੰਦਾ? ਦੇਖੋ, ਇਹਦੇ ਵਿੱਚ ਇਸ ਤਰ੍ਹਾਂ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਿ ਮੇਲ ਹੀ ਅਪਲਾਈ ਕਰ ਸਕਦੇ ਜਾਂ ਫੀਮੇਲ ਅਪਲਾਈ ਕਰ ਸਕਦੇ ਆ, ਦੋਨੋਂ ਅਪਲਾਈ ਕਰ ਸਕਦੇ ਆ। ਏਜ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈ। ਲੇਕਿਨ ਜਿਹੜੇ ਟ੍ਰੈਂਡ ਦੇਖਿਆ ਜਾਂਦਾ ਹੈ, ਇੰਪਲੋਇਰਸ ਦੀ ਡਿਮਾਂਡ ਦੇਖੀ ਜਾਂਦੀ ਹੈ, ਜਿਹਦੇ ਤੇ ਬੇਸ ਤੇ ਸਾਡਾ ਇਹ ਪ੍ਰੋਗਰਾਮ ਅੱਗੋਂ ਚੱਲਣਾ ਹੈ, ਸਾਰਾ ਸਪੋਂਸਰਸ਼ਿਪ ਹੋਣੀ ਹੈ, ਤੁਹਾਡਾ ਵੀਜ਼ਾ ਲੱਗਣਾ ਹੈ, ਉਹ ਜਨਰਲੀ ਫੀਮੇਲ ਦੇ ਵੱਲ ਜ਼ਿਆਦਾ ਡਿਮਾਂਡ ਆਉਂਦੀ ਹੈ। ਕਿਉਂਕਿ ਆਪਾਂ ਸਮਝਦੇ ਹਾਂ ਕਿ ਇੱਕ ਲੜਕੀ ਹੈ, ਔਰਤ ਹੈ, ਉਹਦਾ ਇੱਕ ਮਾਂ ਵਾਲਾ ਜਿਹੜਾ ਉਹਦੇ 'ਚ ਇੱਕ ਨੈਚੁਰਲ ਟੈਂਡੈਂਸੀ ਹੈ। ਸੋ ਉਸ ਕਰਕੇ ਬੱਚਿਆਂ ਦੀ ਦੇਖ ਰੇਖ ਕਰਨੀ ਹੈ ਇਸ ਪ੍ਰੋਫੈਸ਼ਨ 'ਚ, ਤਾਂ ਜ਼ਿਆਦਾ ਡਿਮਾਂਡ ਜਿਹੜੀ ਹੈ ਐਜ਼ ਏ ਫਰੋਮ ਦੀ ਇੰਪਲੋਇਰ ਸਾਈਡ ਜਿਹੜੀ ਹੈ ਉਹ ਫੀਮੇਲਸ ਵਾਸਤੇ, ਫੀਮੇਲ ਵੱਲ ਜ਼ਿਆਦਾ ਪ੍ਰੈਫਰੈਂਸ ਹੁੰਦੀ। ਹਾਂਜੀ ਹਾਂਜੀ। ਸੋ ਦੋਸਤੋ, ਇਹ ਸੀਗੇ ਡੀਜੇ ਸਿੰਘ ਜੀ। ਇਹਨਾਂ ਦੇ ਨਾਲ ਤੁਹਾਡਾ ਤਾਰੁਫ ਕਰਵਾਉਣਾ ਇਸ ਕਰਕੇ ਜ਼ਰੂਰੀ ਸੀਗਾ ਕਿਉਂਕਿ ਮੈਂ ਅਕਸਰ ਕਹਿੰਦਾ ਹੁੰਦਾ ਕਿ ਹਰ ਚੀਜ਼ ਦੇ ਪਿੱਛੇ ਮਕਸਦ ਹੁੰਦਾ ਹੈ। ਜ਼ਿੰਦਗੀ ਦੀ ਜਿਹੜੀ ਭੱਜ ਦੌੜ ਹੈ ਉਹ ਤਾਂ ਚੱਲਦੀ ਪਈ ਹੈ। ਇਸ ਭੱਜ ਦੌੜ ਦੇ ਵਿੱਚ ਜੋ ਮਾਪਿਓ ਆਪਣੇ ਬੱਚਿਆਂ ਦਾ ਧਿਆਨ ਨਹੀਂ ਰੱਖ ਪਾਉਂਦੇ ਹੈ ਕਿਉਂਕਿ ਉਹਨਾਂ ਨੇ ਭੱਜ ਦੌੜ ਦੇ ਵਿੱਚ ਹਿੱਸਾ ਵੀ ਲੈਣਾ, ਉਹ ਫਿਰ ਕੀ ਕਰਦੇ ਨੇ? ਹਾਇਰ ਕਰਦੇ ਆ ਜਾਂ ਕਿਸੇ ਔਰਤ ਦੇ ਹਵਾਲੇ ਆਪਣੇ ਬੱਚਿਆਂ ਨੂੰ ਕਰ ਦਿੰਦੇ ਆ ਤਾਂ ਕਿ ਉਹਨਾਂ ਦੇ ਬੱਚਿਆਂ ਦੀ ਜਿਹੜੀ ਪਰਵਰਿਸ਼ ਹੈ ਉਹ ਚੰਗੇ ਤਰੀਕੇ ਦੇ ਨਾਲ ਹੋ ਸਕੇ। ਇਸ ਕੋਰਸ ਬਾਰੇ ਜਾਣਕਾਰੀ ਦੇਣੀ ਇਸ ਕਰਕੇ ਜ਼ਰੂਰੀ ਸੀ, ਇਸ ਕਰਕੇ ਲਾਜ਼ਮੀ ਸੀ ਕਿਉਂਕਿ ਬਹੁਤ ਸਾਰੇ ਸਵਾਲ ਹੁੰਦੇ ਆ, ਉਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਤੱਕ ਪਹੁੰਚਾਉਣੇ ਬੜੇ ਜ਼ਰੂਰੀ ਹੁੰਦੇ ਆ। ਜ਼ਰੂਰੀ ਇਸ ਕਰਕੇ ਹੁੰਦੇ ਆ ਤਾਂ ਕਿ ਜੋ ਤੁਹਾਡੇ ਖੁਆਬ ਹੈਗੇ ਨੇ ਬਾਹਰ ਜਾਣ ਦੇ, ਉਹਨਾਂ ਨੂੰ ਤੁਸੀਂ ਪੂਰਾ ਕਰ ਸਕੋ। ਪਰ ਫਿਲਹਾਲ ਮੈਨੂੰ ਦਵੋ ਇਜਾਜ਼ਤ। ਇਹ ਸੀਗਾ ਤੁਹਾਡਾ ਮੇਜ਼ਬਾਨ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।